ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਖਮਨੀ ਸਾਹਿਬ ਅਸ਼ਟਪਦੀ ਤੀਜੀ। ਆਪਾਂ ਪਹਿਲਾਂ ਸ਼ਲੋਕ ਦੀ ਰਿਕ ਪਦੇ ਦੀ ਵਿਚਾਰ ਕੀਤੀ ਸੀ, ਹੁਣ ਸਤਪਦੇ ਰਹਿ ਗਏ। ਆਪਾਂ ਉਹਦੀ ਵਿਚਾਰ ਕਰਨੀ ਹੈ, ਕੁਦਰਤ ਦੀ ਰਹਿਮਤ ਲੈਣੀ ਹੈ, ਕਿਰਪਾ ਲੈਣੀ ਹੈ। ਆਓ ਸਾਰੇ ਬੇਨਤੀ ਕਰਕੇ ਆਪਾਂ ਗੁਰਚਰਨਾਂ ਨਾਲ ਜੁੜੀਏ। ਸਤਿਗੁਰਾਂ ਨੇ ਸਮਝਾਇਆ ਆਪਾਂ ਨੂੰ, ਦੋ ਹੀ ਪੱਖ ਸਮਝਾਏ ਗਏ ਨੇ। ਜਿਹੜੇ ਅਸੀਂ ਸਰੀਰ ਕਰਕੇ ਧਰਮ ਕਰਮ ਕਰਦੇ ਰਹੇ ਉਹਦੇ ਬਾਰੇ ਸਮਝਾ ਰਹੇ ਹਾਂ। ਇਹ ਧਰਮ ਕਰਮ ਜਿਹੜੇ ਅਸੀਂ ਕੀਤੇ ਆ ਸਰੀਰ ਕਰਕੇ, ਕਰਮ ਨਾਸ ਕਿਵੇਂ ਹੁੰਦਾ, ਉਹ ਨਾਮ ਨਾ ਹੁੰਦਾ, ਉਹ ਨਾਮ ਬਾਰੇ ਵੀ ਆਪਾਂ ਨੂੰ ਸਮਝਾ। ਦੋਏ ਪੱਖਾਂ ਵਿੱਚ ਸਮਝਾਏ ਜਾਂਦੇ ਨੇ। ਜੋ ਅਸੀਂ ਸਰੀਰ ਕਰਕੇ ਕਰਮ ਕਰਦੇ ਕਿਵੇਂ ਛੁੱਟਣਗੇ, ਉਹ ਕਰਦੇ ਆਏ ਆ, ਸੰਸਾਰ ਕਰਦਾ ਹੀ ਰਹੂਗਾ। ਆਪਾਂ ਦੂਏ ਪਦੀ ਦੀ ਵਿਚਾਰ ਸ਼ੁਰੂ ਕਰੀਏ। ਜੋ ਪਿੱਛੇ ਸਮਝਾਇਆ ਸੀ, ਜਾਪ ਤਾਪ ਗਿਆਨ ਜਿੰਨੇ ਵੀ ਸੀ ਕਿ ਉਹ ਸਾਰੇ ਸਰੀਰ ਕਰਕੇ ਆਪਾਂ ਕਰਦੇ ਹਾਂ। ਧਰਮ ਕਰਮ ਪਖੰਡ ਜੋ ਦਿਸੇ ਜੰਮ ਜਗਾਤੀ ਲੁੱਟੇ, ਸਰੀਰ ਕਰਕੇ ਉਹ ਹੈਗੇ, ਪਰ ਉਹ ਸਰੀਰ ਨਾਲੇ ਸਮਾਪਤ ਹੋ ਜਾਂਦੇ ਆ। ਸਾਡੇ ਨਾਲ ਕੀ ਜਾਣਾ, ਉਹ ਅਸੀਂ ਪ੍ਰਾਪਤੀ ਕਰਨੀ ਆ। ਇਹਾਂ ਖਾੜ ਚਲੋ ਹਰਲਾਹਾ, ਆਗੇ ਬਸਨ ਸਹੇਲਾ। ਇਹ ਹਰ ਕਥਾ ਹੈ ਭਾਈ। ਜਿਹਨੂੰ ਵਿਚਾਰਾਂਗੇ ਚੋਂ ਹਰ ਦਾ ਗਿਆਨ ਪੈਦਾ ਹੋਊਗਾ, ਆਪਣੇ ਮੂਲ ਦਾ ਦਰਸ਼ਨ ਹੋਊਗਾ। ਉੱਥੇ ਤਾਂ ਆਪਾਂ ਜਾਣਾ ਸੰਤ ਲੋਕ, ਦੇਵ ਲੋਕ ਕਹਿ ਲਈਏ। ਨਾਨਕ ਬੱਧਾ ਘਰ ਤਹਾਂ ਜਹਾਂ ਮ੍ਰਿਤ ਨ ਜਨਮ ਜਰਾ। ਇਹ ਜੰਮਣ ਮਰ ਤੋਂ ਛੁਟਕਾਰਾ ਪਾਉਣਾ ਆਪਾਂ, ਫਿਰ ਆਪਣੀ ਭਗਤੀ ਸ਼ੁਰੂ ਹੋਣੀ ਹੈ। ਸਰੀਰ 'ਚ ਰਹਿੰਦਿਆਂ ਰਹਿੰਦਿਆਂ ਆਪਾਂ ਪ੍ਰਾਪਤੀ ਕਰਨੀ ਹੈ। ਮਰਤਾ ਮਰਤਾ ਜਗ ਮੂਆ, ਮਰ ਵੀ ਨਾ ਜਾਣਿਆ ਕੋਈ। ਐਸੀ ਮਰਨੀ ਜੋ ਮਰੇ ਬਹੁ ਨਾ ਮਰਨਾ ਹੋਏ। ਭਗਤ ਜੀ ਸਮਝਾਉਂਦੇ ਨੇ ਭਾਈ, ਸੰਸਾਰ ਸਰੀਰ ਕਰਕੇ ਮਰਨਾ ਮੰਨਦਾ, ਪਰ ਇਹ ਮਰਨਾ ਜਿਹੜਾ ਹੈਗਾ ਵਾ, ਇਹ ਇੱਛਾ ਕਰਕੇ ਹੈ। ਆਪਾਂ ਖਹਿੜਾ ਛਡਾਉਣਾ ਵਾ। ਸ਼ਬਦ ਮਰੈ ਮਰੇ ਫੁਨ ਜੀਵੇ, ਫਿਰ ਬਹੁਰ ਨਾ ਮਰਨਾ ਹੋਈ। ਸ਼ਬਦ ਦੇ ਗਿਆਨ ਨਾਲ, ਨਾਮ ਨਾਲ, ਭਾਵ ਹਰ ਕੇ ਨਾਲ ਆਪਣਾ ਸੰਸਾਰ 'ਚੋਂ ਛੁਟਕਾਰਾ ਹੋ ਜਾਂਦਾ ਹੈ। ਜੀਵ ਜੰਮਣ ਮਰਨ ਤੋਂ ਰਹਿਤ ਹੋ ਜਾਂਦਾ ਹੈ। ਫਿਰ ਅੱਗੇ ਗੁਰੂ ਦਾ ਦਰਸ਼ਨ ਹੁੰਦਾ ਹੈ। ਗੁਰੂ ਤੋਂ ਭਾਵ ਹੁਕਮ, ਨਾਮ, ਨਾਮੇ ਉਤਪਤ ਨਾਮੇ ਪਰਲੋ, ਜਿਹਦੇ ਨਾਲ ਸ੍ਰਿਸ਼ਟੀ ਸਾਜੀ ਜਾਂਦੀ ਹੈ, ਸਮਾਪਤ ਹੁੰਦੀ ਹੈ। ਫਿਰ ਉਹਦਾ ਦਰਸ਼ਨ ਹੁੰਦਾ ਹੈ। ਦਰਸ਼ਨ ਪਰਸੀਏ ਗੁਰੂ ਕੇ, ਜਨਮ ਮਰਨ ਦੁੱਖ ਜਾਏ। ਆਓ ਆਪਾਂ ਸਤਿਗੁਰਾਂ ਦੀ ਰਹਿਮਤ ਲਈਏ। ਅੱਗੇ ਦੂਏ ਪਦੇ ਸਤਿਗੁਰ ਸਮਝਾ ਰਹੇ ਹਨ। ਨੌ ਖੰਡ ਪ੍ਰਿਥਵੀ ਫਿਰੇ, ਚਿਰ ਜੀਵੇ ਮਹਾ ਉਦਾਸ, ਤਪੀ ਸੁਰ ਥੀਵੇ। ਉਹੀ ਆ ਗਈ ਗੱਲ ਜੋ ਸਤਿਗੁਰਾਂ ਨੇ ਆਪਾਂ ਨੂੰ ਸਮਝਾਈ। ਸਰੀਰ ਕਰਕੇ ਜਿਹੜੇ ਕਰਮ ਆਪਾਂ ਕਰਦੇ ਆਏ ਹਾਂ ਔਰ ਕਰਦੇ ਰਹਾਂਗੇ ਜਦ ਤੱਕ ਸੱਚ ਦਾ ਗਿਆਨ ਨਹੀਂ ਹੁੰਦਾ। ਧਰਤੀ 'ਤੇ ਗਮਨ ਕਰਦੇ ਸੀ ਲੋਕ, ਜੋ ਕੁਝ ਦੱਸਿਆ ਗਿਆ ਸੀ ਸ਼ਾਸਤਰਾਂ ਦੇ ਸਿਮਰਤੀਆਂ ਦੇ ਵਿੱਚ, ਉਵੇਂ ਭਰਮ 'ਚ ਅਸੀਂ ਚੱਲਦੇ ਰਹੇ। ਹੁਣ ਇਹ ਆਪਣੀ ਲਾਸਟ ਪੌੜੀ ਹੈ। ਗੁਰ ਸ਼ਬਦ ਦਾ ਗਿਆਨ ਲੈਣਾ, ਆਪਾਂ ਸੱਚਖੰਡ ਪਹੁੰਚਣਾ, ਆਪਦੇ ਘਰ ਪਹੁੰਚਣਾ। ਆਪਦੀ ਮੱਤ ਨਾਲ ਤਾਂ ਆਪਾਂ ਜਾ ਨਹੀਂ ਸਕਦੇ। ਆਪਦੀ ਮੱਤ ਨਾਲ ਜਿਹੜੇ ਅਸੀਂ ਮੋਹ ਦੇ ਸੰਗਲ ਪਾ ਲੈਣੇ, ਆਪ ਨਹੀਂ ਕੱਟ ਸਕਦੇ। ਮਨ ਰੇ ਹਉਮੈ ਮੋਹ ਦੁਖ ਭਾਰੀ, ਇਹ ਭਵਜਲ ਜਗਤ ਨਾ ਜਾਈ ਤਰਨਾ। ਗੁਰਮੁਖ ਤਰ ਹਰ ਤਾਰੀ। ਗੁਰੂ ਦੀ ਮੱਤ ਲੈ ਕੇ ਭਾਈ, ਗੁਰਮੁਖਾਂ ਦੀ ਬਾਣੀ ਹੈ ਇਹ, ਫਿਰ ਆਪਾਂ ਪਾਰ ਨਿਕਲ ਸਕਦੇ ਹਾਂ। ਆਪਦੀ ਮੱਤ ਨਾਲ ਨਹੀਂ ਆਪਾਂ ਨਿਕਲ ਸਕਦੇ। ਗੁਰ ਕੀ ਮਤੁ ਲਿਹੋ ਆਣੇ, ਭਗਤੀ ਬਿਨਾ ਵੈ ਡੂਬੇ ਸਿਆਣੇ। ਸਤਿਗੁਰ ਸਮਝਾਉਂਦੇ ਨੇ, ਨੌ ਖੰਡ ਪ੍ਰਿਥਵੀ ਫਿਰੇ, ਚਿਰ ਜੀਵੇ ਮਹਾ ਉਦਾਸ, ਤਪੀ ਸੁਰ ਥੀਵੇ। ਅਣਕ ਤਪੱਸਿਆ ਕਰੇ ਹੰਕਾਰ। ਜਿੰਨੇ ਸਰੀਰ ਕਰਮ ਕਰਦੇ ਸੀ ਉਹ 'ਚੋਂ ਹੰਕਾਰ ਪੈਦਾ ਹੋ ਜਾਂਦਾ ਸੀਗਾ। ਬੜੇ ਬੜੇ ਦਾਅਵੇ ਕੀਤੇ ਜਾਂਦੇ ਸੀਗੇ। ਜੇ ਜੁਗ ਚਾਰੇ ਆਰਜਾਂ ਹੋਣ ਦਸੂਣੀ ਹੋਏ, ਨਵ ਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ। ਚੰਗਾ ਨਾਉ ਰਖਾਏ ਕਿ ਜਸ ਕੀਰਤ ਜਗ ਲੈ, ਜੇ ਤਿਸ ਨਦਰ ਨਾ ਆਵੀ। ਉੱਥੇ ਗੱਲ ਫਿਰ ਖੜੀ ਹੈ ਭਾਈ। ਇਹ ਨਾਮ ਦੀ ਪ੍ਰਾਪਤੀ ਨਾ ਹੋਈ, ਸੰਸਾਰ 'ਚ ਅਸੀਂ ਕਿੱਡਾ ਵੀ ਰੁਤਬਾ, ਪਦਵੀਆਂ, ਰਾਜ ਪਾਠ, ਸੰਸਾਰ ਦੀਆਂ ਵਡਿਆਈਆਂ ਕਰ ਲਈਏ, ਪਰ ਜਦੋਂ ਕਾਲ ਆਉਂਦਾ ਇੱਕ ਨਹੀਂ ਚੱਲਦੀ ਭਾਈ। ਸਹਿ ਸਿਆਣਪਾਂ ਲੱਖ ਹੋਈ ਤਾਂ ਇੱਕ ਨਾ ਚੱਲੇ ਨਾਲ, ਇੱਕ ਨਹੀਂ ਚੱਲਦੀ ਭਾਈ। ਕੋਈ ਸਤਿਗੁਰ ਸਮਝਾਉਂਦੇ ਨੇ ਭਾਈ, ਅੱਗੇ ਕੀ ਸਮਝਾਉਂਦੇ ਆ। ਅਗਨ ਮਾਹੇ ਹੋਮਤ ਪੁਰਾਨ, ਕਨਕ ਅਸ ਹੈ ਵਰ ਭੂਮਦਾਨ। ਪਿਛਲੀਆਂ ਵਿਧੀਆਂ ਸੀਗੀਆਂ ਸਰੀਰ ਦੀ ਬਲੀਆਂ ਦੇਣੀਆਂ, ਭੇਟਾਂ ਦੇਣੀਆਂ ਮਾਇਆ ਦੀਆਂ, ਘੋੜੇ ਦੇਣੇ, ਸੋਨਾ ਦੇਣਾ, ਭੂਮਦਾਨ ਕਰ ਦੇਣੇ। ਪਰ ਸਤਿਗੁਰ ਸਮਝਾਉਂਦੇ ਨੇ ਭਾਈ, ਕੌਣ ਵਸਤ ਆਈ ਤੇਰੇ ਸੰਗ। ਕੀ ਲੈ ਕੇ ਆਇਆ ਇੱਥੇ ਤੂੰ? ਸਾਰਾ ਕੁਛ ਤਾਂ ਭਾਈ ਕੁਦਰਤ ਹੈ, ਕੁਦਰਤ ਨੇ ਬਣਾਇਆ ਵਾ। ਜੋ ਸੰਪਤ ਆਪਣੀ ਕਰਮਾਨੀ ਸਿਨਮੇ ਪਈ ਪਰਾਈ, ਇਹ ਤਾਂ ਪਰਾਈ ਹੈ ਭਾਈ। ਅੱਜ ਆਪਣੀ ਹੈ, ਕੱਲ੍ਹ ਨੂੰ ਕਿਸੇ ਦੀ ਹੋਰ ਹੋ ਜਾਣੀ ਹੈ। ਤੂੰ ਇਹਨੂੰ ਦੇਖ ਕੇ ਹੀ ਹੰਕਾਰ ਪੈਦਾ ਕਰੀ ਜਾਂਦਾ। ਉਹਦੇ ਦਰਬਾਰ 'ਤੇ ਤਾਂ ਕੋਈ ਐਸੀ ਚੀਜ਼ ਹੀ ਨਹੀਂ ਚੜ੍ਹਦੀ ਜਿਹਨੂੰ ਤੂੰ ਮੰਨੀ ਬੈਠਾ, ਪਰ ਉਹ 'ਚੋਂ ਹੰਕਾਰ ਵੱਧਦਾ ਰਿਹਾ ਆਪਣਾ। ਇਹੀ ਆਪਣਾ ਜੰਮਣ ਮਰਨਾ ਸੀਗਾ। ਪਹਿਲੀ ਕੁਜਾਤ ਕਰੂਪ ਕੁਲੱਖਣੀ, ਇਹ ਕੁਲੱਖਣੀ ਹੈ ਭਾਈ। ਸਾਨੂੰ ਇਹ ਖਾਣ ਵਾਲੀ ਸਾਡੀ ਮੱਤ ਹੈ। ਇਹ ਤੋਂ ਛੁਟਕਾਰਾ ਪਾਉਣਾ ਆਪਾਂ। ਗੁਰ ਕੀ ਮਤੁ ਲਿਹੋ ਆਣੇ, ਭਗਤੀ ਬਿਨਾ ਵੈ ਡੂਬੇ ਸਿਆਣੇ। ਉਹੀ ਤਾਂ ਆਪਾਂ ਨੂੰ ਪ੍ਰਾਪਤ ਹੋਣੀ ਹੈ ਗੁਰ ਕੀ ਮੱਤ 'ਚੋਂ। ਉਹੀ ਤਾਂ ਪਹਿਲਾ ਪਦਾਰਥ ਹੈ ਆਪਣਾ।
ਕਹਿੰਦੇ ਜਿੰਨੇ ਵੀ ਕਰ ਲਾ ਮਰਜ਼ੀ ਭਾਈ, ਕਣਕ ਸੋਨਾ ਵਧੀਆ ਵਧੀਆ ਘੋੜੇ ਦੇ ਲਾ ਤੂੰ, ਭੂਮਦਾਨ ਕਰ ਲਾ, ਪਰ ਹੰਕਾਰ ਨਹੀਂ ਮਰਦਾ ਹੈਗਾ। ਹੰਕਾਰ ਹੀ ਕਾਲ ਹੈ, ਸਗਲ ਕਾਲ ਕਾ ਕੀਆ ਤਮਾਸਾ। ਇਹੀ ਤਾਂ ਤਮਾਸਾ ਹੈ ਕਾਲ ਦਾ ਭਾਈ, ਇਹ ਤੋਂ ਬਚਣਾ ਆਪਾਂ ਸੰਸਾਰ ਜੋ ਦੇਖ ਰਹੇ ਹਾਂ। ਨਿਉਲੀ ਕਰਮ ਕਰੇ ਬਹੁ ਆਸਨ, ਜੈਨ ਮਾਰਗ ਸੰਜਮ ਅਤ ਸਾਧਨ। ਨਿਉਲੀ ਕਰਮ ਜੋਗੀਆਂ ਦੇ ਆਸਣ ਨੇ, ਸਰੀਰ ਕਰਕੇ ਹੀ ਨੇ ਸਾਰੇ। ਜੇ ਆਪਾਂ ਨੂੰ ਵਿਚਾਰਾਂਗੇ ਬਹੁਤ ਵਿਸਤਾਰ ਹੋ ਜੂ, ਉਹ ਤਾਂ ਆਪਾਂ ਕਰ ਆਏ ਹਾਂ। ਹੁਣ ਤਾਂ ਆਪਾਂ ਸਾਰਾ ਧਿਆਨ ਜਿਹੜਾ ਹੈਗਾ ਗੁਰ ਸ਼ਬਦ 'ਤੇ ਲਾਉਣਾ, ਫਿਰ ਕਿਤੇ ਆਪਾਂ ਨੂੰ ਪ੍ਰਾਪਤੀ ਹੋਣੀ। ਇਹਨੂੰ ਸਮੇਟਣਾ ਬਾਹਰੋਂ ਤਾਂ। ਕਹਾਂ ਫੁੱਲ ਰਾਜਾ ਹੈ ਬੈਠਾ, ਕਹੋ ਸਿਮਟ ਸ਼ੰਕਰ ਇਕੱਠਾ। ਚੌਪਈ ਸਾਹਿਬ ਸਤਿਗੁਰਾਂ ਨੇ ਸਮਝਾਇਆ। ਇਹ ਧਿਆਨ ਸਮੇਟਣਾ ਵਾ। ਇਹ ਗਿਆਨ ਜਦੋਂ ਇਕੱਠਾ ਹੁੰਦਾ ਫਿਰ ਇਹ ਧਿਆਨ ਬਣਦਾ ਵਾ। ਇਹ ਧਿਆਨ ਦਾ ਵਿਸ਼ਾ ਵਾ। ਧਿਆਨ ਕਿਵੇਂ ਪ੍ਰਾਪਤ ਹੋਊ? ਗਿਆਨ। ਪਹਿਲਾਂ ਗਿਆਨ ਹੋਊ ਸਾਨੂੰ, ਫਿਰ ਇਹ ਧਿਆਨ ਬਣ ਜੂ, ਫਿਰ ਆਪਾਂ ਧਿਆਨ ਦੀ ਦੁਨੀਆ 'ਚ ਪਹੁੰਚ ਜਾਵਾਂਗੇ। ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਉਹੀ ਤਾਂ ਗੁਰਸਿੱਖ ਨੇ ਭਾਈ, ਜਿਹੜੇ ਇੱਥੋਂ ਨਿਕਲ ਜਾਂਦੇ ਨੇ, ਫਿਰ ਦੂਆਂ ਨੂੰ ਸਮਝਾਉਂਦੇ ਨੇ ਆਪ ਜਪੇ ਅਵਰੇ ਨਾਮ ਜਪਾਵੇ। ਉਹੀ ਤਾਂ ਸੇਵਾ ਵਾ। ਉਹ ਆਪਾਂ ਤਾਂ ਨਿਕਲਾਂਗੇ ਜੇ ਆਪਾਂ ਸਰੀਰ ਕਰਮ ਛੱਡਾਂਗੇ। ਇਹ ਤੋਂ ਛੁਟਕਾਰਾ ਹੋ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਇਹੀ ਤਾਂ ਕਿਰਪਾ ਲੈਣੀ ਸੀ ਆਪਾਂ। ਇਹ ਕਿਰਤ 'ਚ ਲੱਗੇ ਰਹੇ, ਕਰਮ 'ਚ ਲੱਗੇ ਰਹੇ, ਆਪਣੀ ਮੱਤ ਨਾਲ, ਫਿਰ ਨਹੀਂ ਆਪਣਾ ਮਿਲਾਪ ਹੋਣਾ। ਫਿਰ ਆਪਾਂ ਨੂੰ ਜੰਮਣ ਮਰਨ ਨੂੰ ਜਾਣਾ ਪਊਗਾ। ਜੈਨ ਮਾਰਗ ਸੰਜਮਤ ਸਾਧਨ। ਜੈਨੀਆਂ ਦਾ ਮਾਰਗ ਵੀ ਬਹੁਤ ਕਠਿਨ ਹੈ ਭਾਈ, ਸਰੀਰ ਨੂੰ ਬੜੇ ਕਸ਼ਟ ਦਿੰਦੇ ਨੇ। ਫਿਰ ਉਹ ਧਰਮ ਅਪਣਾਇਆ ਜਾਂਦਾ ਵਾ, ਪਰ ਉਹ ਵੀ ਸਰੀਰ ਕਰਕੇ ਹੀ ਆ। ਫਿਰ ਪ੍ਰਾਪਤੀ ਤਾਂ ਸਾਨੂੰ ਕੋਈ ਵੀ ਨਾ ਹੋਈ, ਫਿਰ ਅਸੀਂ ਰਹਿ ਗਏ। ਨਿਮਕ ਨਿਮਕ ਕਰ ਸਰੀਰ ਕਟਾਵੇ, ਤੋ ਵੀ ਹਉਮੈ ਮੈਲ ਨਾ ਜਾਵੇ। ਇੰਨੇ ਕਰਮ ਕਰਕੇ ਵੀ ਸਾਡੇ ਅੰਦਰ ਹੰਕਾਰ ਨਹੀਂ ਜਾਂਦਾ, ਫਿਰ ਉਹ ਕਰਮ ਸਾਡੇ ਨਿਸਫਲ ਹੋ ਜਾਂਦੇ ਨੇ ਕਰੇ ਨੇ। ਕੋਈ ਉਹ 'ਚੋਂ ਫਲ ਪ੍ਰਾਪਤ ਨਹੀਂ ਹੁੰਦਾ ਇਹ ਕਰਮਾਂ 'ਚੋਂ। ਤੋ ਵੀ ਹਉਮੈ ਮੈਲ ਨਾ ਜਾਵੇ। ਮਨ ਦੀ ਇੱਛਾ ਹਉਮੈ ਤਾਂ ਗਈ ਹੀ ਨਹੀਂ ਭਾਈ। ਚਿੰਤਾ ਜਾਏ ਮਿਟੇ ਹੰਕਾਰ। ਕਿਵੇਂ ਜਾਊਗੀ ਉਹ ਚਿੰਤਾ ਤੋਂ? ਕਿਵੇਂ ਮੁਕਤ ਹੋਵਾਂਗੇ? ਗੁਰ ਪ੍ਰਸਾਦ ਭਰਮ ਕਾ ਨਾਸ, ਭਰਮ ਕੇ ਪਰਦੇ ਸਤਿਗੁਰ ਖੋਲੇ। ਜਿਵੇਂ ਜਿਵੇਂ ਗਿਆਨ ਵੱਧਦਾ ਚਲਿਆ ਜਾਂਦਾ ਹੈ, ਫਿਰ ਇਹ ਭਰਮ ਜਾਂਦਾ ਹੈ। ਭਰਮ ਕੀ ਹੈ? ਹਨੇਰਾ ਹੈ। ਉਹੀ ਤਾਂ ਕਾਲ ਹੈ। ਗੁਰਬਾਣੀ ਇਸ ਜਗ ਮੇਂ ਚਾਨਣ, ਕਰਮ ਬਸੇ ਮਨ ਆਏ। ਇਹ ਕਿਰਪਾ ਲੈਣੀ ਸੀਗੀ। ਇਹ ਕਿਰਪਾ ਤੋਂ ਬਿਨਾਂ ਮਨ 'ਚ ਨਹੀਂ ਵੱਸਦੀ ਹੈਗੀ। ਅੱਗੇ ਸਤਿਗੁਰ ਕੀ ਸਮਝਾਉਂਦੇ ਨੇ? ਹਰ ਕੇ ਨਾਮ ਸੰਸਰ ਕਛ ਨਾਹੇ, ਨਾਨਕ ਗੁਰਮੁਖ ਨਾਮ ਜਪਤ ਗਤ ਪਾਏ। ਹਰੀ ਦੇ ਨਾਮ ਬਰਾਬਰ ਭਾਈ, ਕਿਵੇਂ ਕੋਈ ਬਰਾਬਰੀ ਕਰ ਸਕਦਾ ਹਰੀ ਦੇ ਨਾਮ ਦੀ? ਉਹ ਹੁਕਮ ਨੇ ਤਾਂ ਸ੍ਰਿਸ਼ਟੀ ਸਾਜੀ ਹੈ, ਉਹ ਤਾਂ ਮਾਲਕ ਹੈ। ਮਾਇਆ ਤਾਂ ਉਹਨੇ ਬਣਾਈ ਹੈ। ਆਵਣ ਜਾਵਣ ਇੱਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ ਸਾਰੀ ਉਹਨੇ। ਮਾਇਆ ਬੰਨ੍ਹ ਕੇ ਰੱਖੀ ਹੋਈ ਹੈ, ਮਾਇਆ ਤਾਂ ਉਹਦੀ ਬਣਾਈ ਹੈ। ਫਿਰ ਅਸੀਂ ਕਿਵੇਂ ਦਾਨ ਪੁੰਨ ਕਰ ਸਕਦੇ ਹਾਂ? ਉਹ ਜਿਹੜੇ ਅਸੀਂ ਕਰਮ ਕਰਦੇ ਰਹੇ ਸਰੀਰ ਕਰਕੇ, ਸਾਨੂੰ ਉਹੀ ਤਾਂ ਭਰਮ ਸੀਗਾ। ਉਹੀ ਤਾਂ ਬਾਣੀ ਭਰਮ ਕੱਢਦੀ ਹੈ। ਭਰਮ ਕੇ ਪਰਦੇ ਸਤਿਗੁਰ ਖੋਲੇ। ਫਿਰ ਸਾਨੂੰ ਪਤਾ ਲੱਗਦਾ ਸੱਚ ਦੇ ਗਿਆਨ ਤੋਂ। ਸਾਡੇ ਨਾਲ ਤਾਂ ਕੁਛ ਵੀ ਨਹੀਂ ਆਇਆ। ਸਰੀਰ ਰੂਪੀ ਕੱਪੜਾ ਵੀ ਉਹਨੇ ਦਿੱਤਾ, ਫਿਰ ਇਹ ਸਰੀਰ ਦੇ ਉੱਪਰ ਬੜੇ ਬਸਤਰ ਪਾਏ, ਉਹ ਵੀ ਉਹਨੇ ਦਿੱਤੇ, ਪਰ ਅਸੀਂ ਉਹਦਾ ਹੰਕਾਰ ਪੈਦਾ ਕਰ ਲਿਆ। ਭਗਤ ਕਬੀਰ ਜੀ ਕੀ ਸਮਝਾਉਂਦੇ ਆ? ਉਜਲ ਪਹਿਰੇ ਕਾਪਰੇ, ਪਾਨ ਸੁਪਾਰੀ ਖਾਏ, ਇੱਕ ਹਰ ਕੇ ਨਾਮ ਬਿਨ ਬੱਧੇ ਜਮ ਪਰ ਜਾਏ। ਸਾਰਿਆਂ ਨੂੰ ਜਮ ਲੈ ਜਾਂਦਾ ਕਹਿੰਦੇ ਭਾਈ। ਫਿਰ ਉਹਦਾ ਹੰਕਾਰ ਪੈਦਾ ਕਰ ਲਿਆ। ਸ਼ੁਕਰ ਕਰਨਾ ਸੀ, ਪਰ ਸ਼ੁਕਰ ਨਹੀਂ ਕਰ ਸਕਦਾ ਹੈ ਜਦ ਤੱਕ ਸੱਚ ਦਾ ਗਿਆਨ ਨਹੀਂ ਹੁੰਦਾ। ਇਹ ਸਾਰੀ ਸੰਪਤ ਨੂੰ ਆਪਣੀ ਮੰਨੀ ਬੈਠਾ ਨੇ। ਇਹ ਤਾਂ ਕੁਦਰਤ ਦੀ ਹੈ ਭਾਈ। ਅੱਜ ਆਪਣੀ ਹੈ, ਕੱਲ੍ਹ ਨੂੰ ਕਿਸੇ ਦੀ ਹੋਰ ਹੋ ਜਾਣੀ ਹੈ। ਕੁਛ ਟਾਈਮ ਲਈ ਇੱਥੇ ਆਪਾਂ ਆਏ ਹਾਂ। ਅੱਗੇ ਸਤਿਗੁਰ ਕੀ ਸਮਝਾਉਂਦੇ ਹੈ? ਮਨ ਕਾਮਨਾ ਤੀਰਥ ਦੇ ਛੂਟੇ, ਗਰਭ ਗਵਾਨ ਨਾ ਮਨ ਤੇ ਹੂਟੇ। ਮਨ ਦਾ ਸੁਭਾਅ ਆ ਭਾਈ, ਤੀਰਥਾਂ 'ਤੇ ਜਾਣਾ। ਸਰੀਰ ਕਰਕੇ ਜਿਹੜੇ ਅਸੀਂ ਤੀਰਥ ਕਰਦੇ ਹਾਂ, ਉਹ 'ਚੋਂ ਹੰਕਾਰ ਹੋਰ ਵੱਧ ਜਾਂਦਾ। ਗਿਆਨ ਤਾਂ ਉਹ 'ਚੋਂ ਹੁੰਦਾ ਨਹੀਂ ਹੈਗਾ। ਜਿਹੜੇ ਅਸੀਂ ਕਰਮ ਕਰਦੇ ਹਾਂ, ਪੁੰਨਦਾਨ ਕਰਦੇ ਹਾਂ, ਆਪਦਾ ਸਮਝ ਕੇ ਨਹੀਂ ਭਾਈ ਕਰਨਾ। ਜਦ ਤੱਕ ਸਾਨੂੰ ਗਿਆਨ ਨਹੀਂ ਹੁੰਦਾ, ਅਸੀਂ ਆਪਦਾ ਹੀ ਸਮਝਦੇ ਹਾਂ। ਜੈ ਪ੍ਰਸਾਦ ਕਰੇ ਬਹੁ ਪੁੰਨਦਾਨ, ਮਨ ਆਠ ਪਹਿਰ ਕਰ ਤਿਸ ਕਾ ਧਿਆਨ। ਹੇ ਜੀਵ, ਇਹ ਤਾਂ ਧਿਆਨ ਰੱਖ, ਕਿਹਨੇ ਦਿੱਤਾ ਤੈਨੂੰ? ਜੇ ਕਿਸੇ ਲੋੜਵੰਦ ਨੂੰ ਤਾਂ ਦਿੱਤਾ ਵੀ ਹੈ, ਇਹ ਵੀ ਤਾਂ ਉਹਦੀ ਬਖਸ਼ਿਸ਼ ਹੀ ਹੈ, ਉਹਦੀ ਕਿਰਪਾ ਲੈ। ਤੂੰ ਹੰਕਾਰ ਪੈਦਾ ਕਰਕੇ ਤੇਰਾ ਜਿਹੜਾ ਹੈਗਾ ਇਹ ਥਾਂ ਨਹੀਂ ਪੈਣਾ, ਇਹ ਤੇਰੀ ਸੇਵਾ ਲੱਗਣੀ ਨਹੀਂ ਹੈਗੀ। ਪਰ ਗਿਆਨ ਤੋਂ ਬਿਨਾਂ ਇਹ ਮਨ ਹੰਕਾਰ ਨਾ ਕਰੇ, ਕਦੇ ਵੀ ਨਹੀਂ ਹੋ ਸਕਦਾ। ਗਰਭ ਗਵਾਨ ਨਾ ਮਨ ਤੇ ਹੋਟੇ, ਸੋਚ ਕਰੇ ਦਿਨ ਸੋ ਰਾਤ, ਮਨ ਕੀ ਮੈਲ ਨਾ ਤਨ ਤੇ ਜਾ। ਦਿਨ ਰਾਤ ਅਸੀਂ ਚਿੰਤਾ 'ਚ ਰਹਿੰਦੇ ਹਾਂ, ਸੋਚਦੇ ਰਹਿੰਦੇ ਹਾਂ। ਆਪਾਂ ਨੂੰ ਜਪਜੀ ਸਾਹਿਬ ਸਤਿਗੁਰਾਂ ਨੇ ਮਨਾ ਕੀਤਾ। ਸੋਚਣ ਨਹੀਂ ਆਇਆ ਭਾਈ, ਇਹ ਸਮਝਣ ਆਇਆ। ਆਇਆ ਸੁਣ ਪੜ੍ਹਨ ਕੋ ਬਾਣੀ, ਨਾਮ ਵਿਸਾਰ ਲੱਗੇ ਲਾਲਚ, ਬਿਰਥਾ ਜਨਮ ਪ੍ਰਾਣੀ। ਸੋਚੇ ਸੋਚਣਾ ਹੋਵੇ, ਜਪਜੀ ਸਾਹਿਬ ਆਪਾਂ ਨੂੰ ਸਮਝਾਇਆ। ਸੋਚ 'ਚੋਂ ਭਾਈ ਚਿੰਤਾ ਪੈਦਾ ਹੁੰਦੀ ਹੈ। ਹੁੰਦਾ ਤਾਂ ਉਹੀ ਹੈ ਜੋ ਕੁਦਰਤ ਚਾਹੁੰਦੀ। ਸਾਡੀ ਚਿੰਤਾ ਨਾਲ ਥੋੜ੍ਹੀ ਕੁਛ ਹੁੰਦਾ ਹੈ।
ਚਿੰਤਾ ਜਾਏ ਮਿਟੇ ਹੰਕਾਰ। ਚਿੰਤਾ ਮੁਕਤ ਹੈ ਬਾਣੀ, ਸਾਨੂੰ ਚਿੰਤਾ ਤੋਂ ਮੁਕਤ ਕਰਦੀ ਹੈ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਜਲ ਮੇਂ ਜਨ ਤੋ ਪਾਏ, ਤਿਨਾ ਵੀ ਰੋਜੀ ਦੇ। ਉੱਥੇ ਹਟ ਨ ਚੱਲੀ, ਨਾ ਕੋ ਕਿਰਸ ਕਰੇ। ਵਿੱਚੋਂ ਪਾਏ ਸਹਿਰਾਂ, ਤਿਨਾ ਵੀ ਸਾਰ ਕਰੇ। ਜੀਆਂ ਕਾ ਜੀ ਆਹਰ ਖਾਵਣਾ, ਖਾਣਾ ਇਹ ਕਰੇ। ਸਾਰਾ ਕੁਛ ਤਾਂ ਉਹਨੇ ਪੈਦਾ ਕੀਤਾ, ਸਾਰਿਆਂ ਦਾ ਉਹਨੂੰ ਫਿਕਰ ਹੈ, ਪਰ ਸਾਨੂੰ ਗਿਆਨ ਨਹੀਂ ਨਾ ਹੈਗਾ। ਇਸ ਕਰਕੇ ਸਾਡੇ ਅੰਦਰ ਚਿੰਤਾ ਨਹੀਂ ਜਾਂਦੀ। ਸੱਚ ਦੇ ਗਿਆਨ ਨਾਲ ਹੀ ਸਾਡੀ ਚਿੰਤਾ ਜਾਣੀ ਹੈ। ਅੱਗੇ ਸਤਿਗੁਰ ਕੀ ਸਮਝਾਉਂਦੇ ਨੇ, ਇਸ ਦੇਹੀ ਕੋ ਬਹੁਤ ਸਾਧਨਾ ਕਰੇ, ਮਨ ਤੇ ਕਬੂ ਨਾ ਵੇਖਿਆ ਟਰੇ। ਦੇਹੀ ਨੂੰ ਧੋਈ ਜਾਂਦੇ, ਇਹਦੀ ਸਾਧਨਾ 'ਚ ਲੱਗੀਆਂ। ਉਹ ਸਾਰੇ ਕਰਮ ਜਿਹੜਾ ਆਪਾਂ ਨੂੰ ਸਤਿਗੁਰਾਂ ਨੇ ਸਮਝਾਇਆ, ਦੋ ਹੀ ਪੱਖ ਸਮਝਾ ਰਹੇ ਆ। ਨਾਮ ਨਾਲ ਜਾਣੇ ਨੇ ਜਿਹੜੇ ਕਰਮ ਅਸੀਂ ਕਰਦੇ ਹਾਂ, ਉਹ ਕਰਮ 'ਚੋਂ ਹੰਕਾਰ ਪੈਦਾ ਹੁੰਦਾ। ਉਹ ਹੰਕਾਰ ਕਿਵੇਂ ਜਾਊਗਾ? ਨਾਮ ਨਾਲ। ਦੋ ਹੀ ਪੱਖ ਸਾਨੂੰ ਇਹ ਪਦੇ ਸਮਝਾਇਆ। ਹਰ ਇੱਕ ਪਦੇ ਦਾ ਅਲੱਗ-ਅਲੱਗ ਵੇਸ ਹੈ। 24 ਅਸ਼ਟਪਦੀਆਂ ਦੇ ਵਿੱਚ ਸਾਨੂੰ ਸੰਸਾਰ ਦੇ ਬਾਰੇ, ਕਿੱਥੋਂ ਜੀਵ ਆਇਆ, ਇਹ ਕਿੱਧਰ ਨੂੰ ਜਾਊਗਾ, ਇਹਨੂੰ ਕਿਵੇਂ ਪ੍ਰਾਪਤੀ ਹੋਊ, ਸਾਰਾ ਕੁਝ ਸਮਝਾਤਾ। ਭੇਖ ਕੀ ਹੈ, ਆਤਮਾ ਦਾ ਭੇਖ ਕੀ ਹੈ, ਆਤਮਾ ਦੀ ਰਹਿਤ ਕੀ ਹੈ, ਸਾਰਾ ਕੁਝ ਸਤਿਗੁਰਾਂ ਨੇ ਸਾਨੂੰ ਸਮਝਾਇਆ। ਜੋ ਵੀ ਗੁਰਸਿੱਖ ਸੰਗਤ ਇਹ 24 ਅਸ਼ਟਪਦੀਆਂ ਨੂੰ ਚੰਗੀ ਤਰ੍ਹਾਂ ਸੁਣੂਗੀ, ਵਿਚਾਰੂਗੀ, ਉਹਨੂੰ ਪ੍ਰਾਪਤੀ ਨਾ ਹੋਵੇ ਕਦੇ ਵੀ ਨਹੀਂ ਹੋ ਸਕਦਾ। ਅੱਗੇ ਸਤਿਗੁਰ ਕੀ ਸਮਝਾਉਂਦੇ ਹੈ, ਜਲ ਧੋਵੇ ਬਹੁ ਦੇਹ ਅਨੀਤ, ਸੁੱਧ ਹੋਏ ਕਹਾਂ ਕਾਚੀ ਪੀਤ। ਮਾਟੀ ਕਾ ਕਿਆ ਧੋਪੇ ਸੁਆਮੀ, ਮਾਨਸ ਕੀ ਗਤੇ ਹੀ। ਇਹਦਾ ਕੀ ਧੋਣਾ ਭਾਈ, ਇਹਦੀ ਤਾਂ ਜਿਹੜੀ ਕਿਰਿਆ ਵਾ ਸਰੀਰ ਸੋਧਣ ਤੱਕ ਸਹਿਮਤ ਹੈ, ਉਹਨੂੰ ਆਪਾਂ ਗਤੀ ਮੰਨ ਲੈਂਦੇ ਹਾਂ। ਗਤੀ ਆਤਮਾ ਦੀ ਹੋਣੀ ਹੈ। ਅੱਗੇ ਆ ਜਾਣਾ ਆਪਾਂ ਨੂੰ, ਜਲ ਧੋਵੇ ਬਹੁ ਦੇਹ ਅਨੀਤ, ਸੁੱਧ ਹੋਏ ਕਹਾਂ ਕਾਚੀ ਪੀ। ਮਨ ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਧਰੇ ਪਤਿਤ ਬਹੁ ਮੂਚ। ਮਹਿਮਾ ਊਚ ਹੈ ਭਾਈ, ਨਾਮ ਦਾ ਹੀ ਡੰਕਾ ਚੱਲਦਾ ਹੈ। ਨਾਮ ਦੇ ਸਾਰੀ ਸ੍ਰਿਸ਼ਟੀ ਬਸ ਹੈ, ਨਾਮ ਨੇ ਪੈਦਾ ਕੀਤੀ ਹੈ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਅਖੰਡ ਬ੍ਰਹਮੰਡ। ਨਾਮੇ ਹੀ ਉਤਪਤ, ਨਾਮੇ ਹੀ ਪਰਲੋ। ਫਿਰ ਸਾਰਾ ਕੁਛ ਤਾਂ ਉਹਦਾ ਹੈ ਭਾਈ, ਹੁਕਮ ਨਾਲ ਪੈਦਾ ਹੋਇਆ। ਅਸੀਂ ਤਾਂ ਸਮਝਣ ਆਏ ਸੀਗੇ। ਸਮਝਣਗੇ ਕੌਣ? ਜਿਹੜੇ ਗੁਰ ਸ਼ਬਦ ਨੂੰ ਵਿਚਾਰਨਗੇ, ਜਿਹੜੇ ਬਾਣੀ ਨੂੰ ਸਤ ਕਰਕੇ ਮੰਨਣਗੇ। ਜਦੋਂ ਸੋਚਣ ਲੱਗ ਜਾਂਦੇ ਆ, ਫਿਰ ਸਮਝ ਸਾਡੀ ਰਹਿ ਜਾਂਦੀ ਹੈ। ਕਿਤੇ ਵੀ ਜਾਣਾ, ਗੁਰੂ ਘਰ ਵੀ ਜਾਣਾ, ਧਾਰਮਿਕ ਸਮਾਗਮ 'ਤੇ ਵੀ ਜਾਣਾ, ਅਤੇ ਉੱਥੇ ਭਾਈ ਗੁਰਸ਼ਬਦ ਕਰਨੀ ਹੈ, ਧਿਆਨ ਰੱਖਣਾ, ਫਿਰ ਆਪਾਂ ਨੂੰ ਇਹ ਪ੍ਰਾਪਤੀ ਹੋਣੀ ਹੈ। ਕਿਤੇ ਵੀ ਅਸੀਂ ਵੀ ਤੀਰਥਾਂ 'ਤੇ ਜਾਂਦੇ ਹਾਂ, ਗੁਰੂ ਘਰਾਂ ਜਾਂਦੇ ਹਾਂ, ਦੂਰ ਦੂਰ ਸਾਡੇ ਜੋ ਬਣੇ ਹੋਏ ਨੇ, ਜੇ ਉੱਥੇ ਵੀ ਜਾ ਕੇ ਅਸੀਂ ਗੁਰਬਾਣੀ ਨਾ ਸੁਣੀ, ਫਿਰ ਸਾਡਾ ਤੀਰਥ ਸਫਲ ਨਹੀਂ ਹੋਣਾ ਹੈਗਾ। ਕਿਤੇ ਵੀ ਜਾਓ, ਗੁਰਬਚਨ ਕਰਨੀ ਆਪਣਾ ਧਿਆਨ ਹੋਵੇ, ਗੁਰਸ਼ਬਦ ਕਰਨੀ ਧਿਆਨ ਹੋਵੇ, ਆਪਾਂ ਨੂੰ ਪ੍ਰਾਪਤੀ ਨਾ ਹੋਵੇ ਕਦੇ ਵੀ ਨਹੀਂ ਹੋ ਸਕਦਾ। ਸਤਿਗੁਰ ਸਮਝਾਉਂਦੇ ਆ, ਨਾਮ ਨਾਲ ਭਾਈ ਕਿੰਨਿਆਂ ਦਾ ਉਧਾਰ ਹੋ ਗਿਆ, ਆਪਦੇ ਘਰ ਪਹੁੰਚ ਗਏ। ਕੀਤੀ ਛੁੱਟੀ ਨਾਲ ਐਸੇ ਗੁਰਸਿੱਖਾਂ ਨਾਲ ਵੀ ਕਿੰਨੇ ਹੋਰ ਨਿਕਲ ਜਾਂਦੇ ਨੇ। ਅੱਗੇ ਸਤਿਗੁਰ ਕੀ ਸਮਝਾਉਂਦੇ ਨੇ, ਬਹੁਤ ਸਿਆਣਪ ਜਮ ਕਾ ਭਉ ਵਿਆਪੈ, ਅਨਕ ਯਤਨ ਕਰ ਤ੍ਰਿਸ਼ਨ ਨਾ ਤਰਾਪੈ। ਜਿੰਨੀ ਵੀ ਅਸੀਂ ਸਿਆਣਪਾਂ ਕਰਦੇ ਹਾਂ, ਜਿੰਨੀ ਸਾਡੀ ਮਾਇਆ ਵੱਧ ਜਾਂਦੀ ਹੈ, ਜਿੰਨੀ ਸਾਡੇ ਸੰਸਾਰੀ ਵਡਿਆਈ ਵੱਧ ਜਾਂਦੀ ਹੈ, ਜਿੰਨੀ ਸਾਡੀ ਉੱਚੇ ਰੁਤਬੇ, ਉੱਚੀਆਂ ਪਦਵੀਆਂ ਵੱਧ ਜਾਂਦੀਆਂ, ਉਹ ਚਿੰਤਾ ਵੱਧਦੀ ਚਲੀ ਜਾਂਦੀ ਹੈ। ਭੈ ਨਹੀਂ ਸਾਡੇ ਅੰਦਰੋਂ ਜਾਂਦਾ ਹੈਗਾ। ਭੈ ਤਾਂ ਨਾਮ ਨਾ ਜਾਣਾ ਸੀ। ਭੈ ਗੁਰਪ੍ਰਸਾਦ ਭਰਮ ਕਾ ਨਾਸ। ਗੁਰਪ੍ਰਸਾਦ ਤਾਂ ਆਪਾਂ ਲੈਣ ਆਏ ਹਾਂ। ਗੁਰਪ੍ਰਸਾਦ ਹੁੰਦਾ ਹੈ ਗੁਰਦੇਵ ਗਿਆਨ ਦੀ ਕਿਰਪਾ, ਗਿਆਨ ਰੂਪੀ ਗੁਰਦੇਵ ਦੀ ਕਿਰਪਾ ਕਹਿ ਲਓ। ਉਹ ਉਪਦੇਸ਼ 'ਚੋਂ ਆਪਾਂ ਨੂੰ ਮਿਲਣੀ ਹੈ। ਬਹੁਤ ਸਿਆਣਪ ਜਮ ਕਾ ਭਉ ਵਿਆਪੇ, ਅਨਕ ਯਤਨ ਕਰ ਤ੍ਰਿਸ਼ਨ ਨਾ ਤਰਾਪੇ। ਤ੍ਰਿਸ਼ਨਾ ਨਹੀਂ ਜਾਂਦੀ, ਵੱਧਦੀ ਚਲੀ ਜਾਂਦੀ ਹੈ। ਜਿੰਨਾ ਵੀ ਸਿਆਣਾ ਬਣ ਜਾਂਦਾ ਹੈ, ਸਹਿਜ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ, ਨਾਲ ਜਾਨੂੰ ਕਾਲ ਆ ਜਾਂਦਾ। ਬਿਰਧ ਪਿਓ ਸੂਝੇ ਨਹੀਂ, ਕਾਲ ਪਹੁੰਚੀ ਹੁਣ ਚੱਲ ਪਾਈ। ਇਹ ਪਰਚਾ ਸਾਡੇ ਜੀਵਨ ਦਾ, ਸਾਨੂੰ ਸਮਾਂ ਮਿਲਿਆ ਵਾ, ਅਸੀਂ ਇਹ ਪ੍ਰਾਪਤੀ ਕਰਨੀ ਹੈ। ਜਿਵੇਂ ਬੱਚੇ ਵੀ ਪੜ੍ਹਨ ਜਾਂਦੇ ਆ ਸਕੂਲਾਂ ਜਾਂ ਕਾਲਜਾਂ ਦੇ ਵਿੱਚ, ਉਹਨਾਂ ਦਾ ਵੀ ਟਾਈਮ ਹੁੰਦਾ ਹੈ। ਜਿਵੇਂ ਪਰਚੇ ਵੀ ਹੁੰਦੇ ਆ ਉਹਨਾਂ ਦੇ, ਉਹਨਾਂ ਦਾ ਵੀ ਟਾਈਮ ਹੁੰਦਾ। ਬੱਚਾ ਲਿਖੇ ਨਾ ਲਿਖੇ, ਕੁਛ ਪਰਚੇ ਵਾਲਿਆਂ ਨੇ ਪਰਚਾ ਫੜ ਲੈਣਾ ਵਾ। ਇਵੇਂ ਸਾਨੂੰ ਸਮਾਂ ਮਿਲਿਆ, ਜੇ ਅਸੀਂ ਇਹ ਪ੍ਰਾਪਤੀ ਨਾਲ ਕੀਤੀ ਤਾਂ ਸਾਨੂੰ ਕਾਲ ਆ ਜਾਣਾ ਭਾਈ। ਫਿਰ ਸਾਡਾ ਜੀਵਨ ਜਿਹੜਾ ਸੰਸਾਰ 'ਤੇ ਆਇਆ ਨਿਸਫਲ ਹੋ ਜਾਊਗਾ। ਬੜੀ ਮੁਸ਼ਕਿਲ ਨਾਲ ਇਹ ਦੇਹੀ ਮਿਲਦੀ ਹੈ। ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਵਾਰੋ ਵਾਰ। ਬਾਰ ਬਾਰ ਨਹੀਂ ਮਿਲਦੀ ਭਾਈ। ਇਹ ਆਪਾਂ ਪ੍ਰਾਪਤੀ ਕਰਨੀ ਹੈ। ਜਿੰਨੇ ਵੀ ਅਸੀਂ ਸਿਆਣੇ ਬਣਦੇ ਹਾਂ, ਉਹਨਾਂ ਸਾਡੇ ਅੰਦਰ ਭੈ ਵੱਧਦਾ ਚਲਿਆ ਜਾਂਦਾ। ਹੁਣ ਆ ਗਿਆ ਅੱਗੇ ਸਤਿਗੁਰ ਸਮਝਾਉਂਦੇ ਨੇ, ਭੇਖ ਅਨੇਕ ਅਗਰ ਨਹੀਂ ਬੂਝੇ, ਕੋਟ ਉਪਾ ਦਰਗੇ ਨਹੀਂ ਸੀਜੇ। ਉਹੀ ਗੱਲ ਆ ਗਈ ਸਤਿਗੁਰਾਂ ਦੀ, ਆਪਾਂ ਨੂੰ ਸਮਝਾਇਆ ਜਿੰਨੇ ਆਪਾਂ ਧਰਮ ਕਰਮ ਕਰਦੇ ਹਾਂ ਸਰੀਰ ਕਰਕੇ, ਉਹਦੇ ਵਿੱਚੋਂ ਕੀ ਵੱਧਦਾ? ਫਿਰ ਹੰਕਾਰ। ਪਰ ਦਰਗਾਹ ਦੀ ਸੋਝੀ ਥੋੜ੍ਹੀ ਹੁੰਦੀ ਉਹ 'ਚੋਂ। ਸੂਡਸ ਨਹੀਂ ਊਬ ਪਿਆਲ, ਮੋਹ ਵਿਆਪੇ ਮਾਇਆ ਜਾਲ। ਇਹ ਜਾਂਦਾ ਨਹੀਂ ਭਾਈ, ਮਾਇਆ ਦਾ ਜਿਹੜਾ ਜਾਲ ਹੈ, ਇਹ ਸਾਨੂੰ ਤੰਗ ਕਰਦਾ ਹੈ। ਕਿਤੇ ਵੀ ਚਲੇ ਜਾਈਏ ਸਾਡੇ ਨਾਲ ਹੀ ਜਾਂਦਾ ਵਾ। ਫਿਰ ਆਪਾਂ ਨੂੰ ਕੀ ਪ੍ਰਾਪਤੀ ਹੋਈ? ਕਾਲ ਸਾਡੇ ਸਿਰ 'ਤੇ ਉਵੇਂ ਖੜਾ ਵਾ।
ਅੱਗੇ ਸਤਿਗੁਰ ਸਮਝਾਉਂਦੇ ਨੇ, ਅਵਰ ਕਰਤੂਤ ਸਗਲੀ ਜਮ ਡਾਨੇ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੇ। ਗੋਬਿੰਦ ਭਜਨ ਤੋਂ ਬਿਨਾ ਸਾਡਾ ਛੁਟਕਾਰਾ ਨਹੀਂ ਹੋਣਾ। ਅਸੀਂ ਜਮਾਂ ਨਾਲ ਮਿਲ ਕੇ ਕਿਹਦਾ ਵਿਰੋਧ ਕਰਦੇ ਹਾਂ? ਉਹ ਕੁਦਰਤ ਦਾ ਵਿਰੋਧ ਕਰਦੇ ਹਾਂ ਜਿਹਨੇ ਜਮ ਬਣਾਏ ਨੇ। ਆਪਾਂ ਭਗਤ ਕਬੀਰ ਜੀ ਦਾ ਸ਼ਲੋਕ ਲੈਂਦੇ ਹਾਂ, ਕਬੀਰ ਮੇਰੀ ਬੁੱਧ ਕੋ ਜਮ ਨਾ ਕਰੇ ਤ੍ਰਿਸਕਾਰ, ਜਿਨ੍ਹੇ ਜਮੂਆ ਸਿਰਜਿਆ ਮੈਂ ਜਪਿਆ ਪਰਵਰਦਗਾਰ। ਬਾਣੀ ਪਰਵਰਦਗਾਰ ਦਾ ਗਿਆਨ ਦੇ ਰਹੀ ਆਪਾਂ ਨੂੰ ਭਾਈ, ਉਹਨੂੰ ਤਾਂ ਸਮਝਣਾ ਸੀ ਆਪਾਂ। ਉਹਨੇ ਜਮੂਆ ਬਣਾਇਆ ਵਾ, ਸ੍ਰਿਸ਼ਟੀ ਉਹਨੇ ਪੈਦਾ ਕੀਤੀ ਹੈ। ਉਹਨਾਂ ਨਾਲ ਮਿਲ ਕੇ ਆਪਾਂ ਵਿਰੋਧ ਕਿਹਦਾ ਕਰਦੇ ਹਾਂ? ਕੁਦਰਤ ਦਾ। ਕਿੰਨੇ ਕੁ ਸਿਆਣੇ ਆ ਫਿਰ, ਉਹਦੇ ਕਰਕੇ ਤਾਂ ਆਪਣਾ ਜੰਮਣ ਮਰਨਾ ਹੈ। ਅਵਰ ਕਰਤੂਤ ਸਗਲੀ ਜਮ ਡਾਨੇ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੇ। ਗੋਬਿੰਦ ਨਾਲ ਜੁੜੇ ਤੋਂ ਬਿਨਾਂ ਸਾਡਾ ਸੰਸਾਰ ਤੋਂ ਛੁਟਕਾਰਾ ਨਹੀਂ ਹੁੰਦਾ। ਹਰ ਕਾ ਨਾਮ ਜਪਤ ਦੁੱਖ ਜਾਏ, ਨਾਨਕ ਬੋਲੇ ਸਹਿਜ ਸੁਭਾਏ। ਸਹਿਜ ਅਵਸਥਾ 'ਚ ਜਾ ਕੇ, ਦੇਵਲੋਕ ਜਾ ਕੇ, ਇਹ ਅਵਸਥਾ ਦੇ ਨਾਂ ਨੇ, ਫਿਰ ਸਾਡਾ ਦੁੱਖਾਂ ਤੋਂ ਛੁਟਕਾਰਾ ਹੋਣਾ ਵਾ। ਕਿਹਦੇ ਨਾਲ? ਨਾਮ ਨਾਲ। ਨਾਮ ਇੱਕ ਸ਼ਕਤੀ ਹੈ, ਜਦ ਤੱਕ ਅਸੀਂ ਮਾਇਆ ਨਹੀਂ ਪਾਰ ਕਰਦੇ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ। ਇਹ ਮ੍ਰਿਤ ਲੋਕ ਹੈ ਭਾਈ, ਆਪਾਂ ਨੂੰ ਛੱਡਣਾ ਪੈਣਾ ਵਾ। ਅੱਗੇ ਸਤਿਗੁਰ ਕੀ ਸਮਝਾਉਂਦੇ ਨੇ, ਚਾਰ ਪਦਾਰਥ ਜੇ ਕੋ ਮੰਗੇ, ਸਾਧ ਜਨਾ ਕੀ ਸੇਵਾ ਲਾਗੇ। ਉਹੀ ਆਪਾਂ ਪਿੱਛੇ ਵਿਚਾਰ ਕੀਤੀ ਸੀ, ਆਪਾਂ ਚਾਰ ਪਦਾਰਥਾਂ ਖਾਤਰ ਆਪਾਂ ਨੂੰ ਇਹ ਮਨੁੱਖਾ ਦੇਹੀ ਮਿਲੀ ਆ। ਹਰ ਬਿਸਰ ਤੇਰੇ ਗੁਣ ਗਲੇ, ਆਪਾਂ ਗੁਣਾਂ ਦੀ ਪ੍ਰਾਪਤੀ ਕਰਨੀ ਆ। ਪਰ ਸਰੀਰ ਕਰਕੇ ਅਸੀਂ ਭਗਤ ਬਣ ਜਾਂਦੇ ਹਾਂ। ਜਪਜੀ ਸਾਹਿਬ ਵੀ ਰੋਜ਼ ਪੜ੍ਹਦੇ ਹਾਂ, ਬਿਨ ਗੁਣ ਕੀਤੇ ਭਗਤ ਨਾ ਹੋਏ। ਭਗਤ ਵੀ ਬਣ ਜਾਂਦੇ ਹਾਂ, ਗੁਣ ਸਾਡੇ 'ਚ ਕੋਈ ਹੈ ਨਹੀਂ। ਬਾਣੀ ਤਾਂ ਸਮਝਾਉਂਦੀ ਹੈ, ਗੁਣਾਂ ਤੋਂ ਬਿਨਾਂ ਉਹਦੀ ਭਗਤੀ ਨਹੀਂ ਹੁੰਦੀ ਭਾਈ। ਦੇਖਦੇ ਹਾਂ ਇੰਨਾ ਕੁ ਤਾਂ ਆਪਾਂ ਨੂੰ ਗਿਆਨ ਹੁੰਦਾ ਹੀ ਹੈ। ਨਿਰਭਉ ਆਪਾਂ ਨਹੀਂ, ਨਿਰਵੈਰ ਅਸੀਂ ਨਹੀਂ, ਕਾਲ ਤੋਂ ਮੁਕਤ ਅਸੀਂ ਨਹੀਂ, ਜੂਨੀ ਹੈ ਸਰੀਰ 'ਚ ਫਸੀ ਹੋਈਆਂ। ਪਰ ਭਗਤ ਅਸੀਂ ਫਿਰ ਵੀ ਬਣੇ ਹੋਏ ਹਾਂ, ਉੱਚ ਉੱਚੀਆਂ ਰੁਤਬੇ ਪ੍ਰਾਪਤ ਕਰ ਲੈਂਦੇ ਹਾਂ ਸਰੀਰ ਕਰਕੇ ਸਾਰੇ। ਚਾਰ ਪਦਾਰਥ ਜੇ ਕੋ ਮੰਗੇ, ਸਾਧ ਜਨਾ ਕੀ ਸੇਵਾ ਲਾਗੇ। ਚਾਰ ਪਦਾਰਥਾਂ ਦੀ ਪ੍ਰਾਪਤੀ ਕਰਨੀ ਆ ਆਪਾਂ। ਇਹ ਕਿਵੇਂ ਕਿਵੇਂ ਮਿਲਣਗੇ ਆਪਾਂ ਇਹਨੂੰ ਵਿਚਾਰਦੇ ਹਾਂ। ਸਭ ਤੋਂ ਪਹਿਲਾਂ ਜਦੋਂ ਗੁਰ ਸ਼ਬਦ ਨਾਲ ਆਪਾਂ ਜੁੜਦੇ ਹਾਂ, ਜੋ ਗਿਆਨ ਪਦਾਰਥ ਆਪਾਂ ਨੂੰ ਮਿਲਦਾ ਹੈ, ਉਹ ਪਹਿਲਾ ਪਦਾਰਥ ਹੈ। ਗਿਆਨ ਨਾਲ ਫਿਰ ਮਨ ਨੂੰ ਸੰਤੋਖ ਆ ਜਾਂਦਾ। ਉਹ ਦੂਆ ਪਦਾਰਥ, ਉਹਨੂੰ ਮੁਕਤੀ ਕਿਹਾ ਗਿਆ। ਸੰਸਾਰ 'ਚੋਂ ਸਾਡਾ ਛੁਟਕਾਰਾ ਹੋ ਜਾਂਦਾ ਹੈ। ਫਿਰ ਹਰ ਦੀ ਭਗਤੀ ਸ਼ੁਰੂ ਹੁੰਦੀ ਹੈ। ਉਸ ਤੋਂ ਬਾਅਦ ਜਿਹੜੇ ਸਾਡੇ ਮਨ ਬੁੱਧੀ ਹੈ, ਫਿਰ ਇਹ ਹਰ 'ਚ ਲਏ ਹੁੰਦੇ ਨੇ। ਆਤਮਾ ਪ੍ਰਾਤਮਾ ਇੱਕੋ ਕਰੇ, ਅੰਤਰ ਕੀ ਦੁਵਿਧਾ ਅੰਤਰ ਮਰੇ। ਫਿਰ ਇੱਕ ਹੋ ਜਾਂਦੇ ਨੇ। ਇੱਕ ਹੋਏ ਤਾਂ ਉਗਵੇ। ਜਦੋਂ ਇੱਕ ਹੁੰਦੇ ਨੇ ਫਿਰ ਇਹ ਭਗਤੀ ਹੁੰਦੀ ਹੈ, ਫਿਰ ਹਰ ਦਾ ਜਸ ਹੁੰਦਾ ਹੈ। ਫਿਰ ਸਾਰੀ ਜਿਹੜੀ ਸੰਸਾਰੀ ਖੇਲ ਸਾਨੂੰ ਸਮਝ ਆਉਂਦੀ ਹੈ। ਫਿਰ ਉਸ ਤੋਂ ਬਾਅਦ ਸਾਨੂੰ ਜਿਹੜੀ ਧੁਰਕੀ ਬਾਣੀ ਹੈ, ਜਿਹਨੂੰ ਨਾਮ ਵੀ ਕਿਹਾ, ਨਾਦ ਕਿਹਾ, ਫਿਰ ਉਹਦੀ ਛੂਹ ਪ੍ਰਾਪਤ ਹੁੰਦੀ ਹੈ। ਉਹ ਤੀਆ ਪਦਾਰਥ ਆਪਣਾ ਨਾਮ, ਜੋ 'ਚ ਲੈ ਹੁੰਦੀ ਆ ਆਤਮਾ, ਛੁਟਕਾਰਾ ਹੁੰਦਾ ਸੰਸਾਰ 'ਚੋਂ। ਉਹ ਜਨਮ ਹੈ, ਫਿਰ ਆਪਣਾ ਸੱਚਖੰਡ ਵਾਸੀ ਬਣ ਜਾਂਦਾ ਹੈ। ਚਾਰ ਪਦਾਰਥ ਆਪਾਂ ਨੂੰ ਕਿਵੇਂ ਮਿਲਣਗੇ? ਜਿਵੇਂ ਆਪਾਂ ਨੂੰ ਗੁਰੂ ਭਗਤ ਸਾਹਿਬਾਨਾਂ ਨੇ ਸਮਝਾਇਆ, ਆਪਾਂ ਉਹ ਮਾਰਗ 'ਤੇ ਚੱਲਾਂਗੇ ਤਾਂ ਆਪਾਂ ਨੂੰ ਇਹ ਪ੍ਰਾਪਤੀ ਹੋਣੀ ਹੈ। ਚਾਰ ਪਦਾਰਥ ਜੇ ਕੋ ਮੰਗੇ, ਸਾਧ ਜਨਾ ਕੀ ਸੇਵਾ ਲਾਗੇ। ਜੇ ਕੋ ਆਪਣਾ ਦੁੱਖ ਮਿਟਾਵੇ, ਹਰ ਹਰ ਨਾਮ ਰਿਦੇ ਸਦ ਗਾਵੇ। ਸਤਿਗੁਰ ਸਮਝਾਉਂਦੇ ਆ, ਜੇ ਕਿਸੇ ਨੂੰ ਆਪਣਾ ਭਾਈ ਦੁੱਖ ਦਾ ਅਹਿਸਾਸ ਹੋਇਆ ਵਾ, ਮੈਂ ਦੁਖੀ ਹਾਂ, ਮੈਂ ਦੁੱਖਾਂ ਤੋਂ ਛੁਟਕਾਰਾ ਚਾਹੁੰਦਾ ਵਾਂ, ਮਿਟਾਉਣਾ ਚਾਹੁੰਦਾ ਵਾਂ, ਫਿਰ ਸਾਨੂੰ ਹਰਨਾਮ ਦੀ ਪ੍ਰਾਪਤੀ ਕਰਨੀ। ਆਪਾਂ ਰੋਜ਼ ਰਹਿ ਰਸ ਵੀ ਪੜ੍ਹਦੇ ਹਾਂ, ਨੀਹਾਂ ਖਾੜ ਚਲੋ ਹਰ ਲਾਹਾ, ਅੱਗੇ ਬਸਨ ਸੇਲਾ। ਜੇ ਸੁੱਖ ਲੈਣਾ ਹੈ, ਸੁੱਖ ਸਾਗਰ ਜਾਣਾ ਹੈ ਭਾਈ, ਫਿਰ ਆਪਾਂ ਨੂੰ ਹਰਨਾਮ ਦੀ ਪ੍ਰਾਪਤੀ ਕਰਨੀ ਪਊ। ਬਾਣੀ ਹਰ ਕਥਾ ਹੈ, ਸਭ ਤੋਂ ਉੱਤਮ ਹਰ ਕੀ ਕਥਾ। ਨਾਮ ਸੁਣਤ ਦਰਦ ਦੁੱਖ ਲੱਥਾ। ਨਾਮ ਨੂੰ ਸੁਣਦੇ ਹਾਂ, ਸਮਝਦੇ ਤਾਂ ਸਾਡਾ ਸੰਸਾਰੀ ਦੁੱਖ ਕੱਟਿਆ ਜਾਂਦਾ ਹੈ ਭਾਈ। ਜੇ ਕੋ ਆਪਣੀ ਸੋਭਾ ਲੋਰੇ, ਸਾਧ ਸੰਗੇ ਹਉਮੈ ਸੋਰੇ। ਅਸੀਂ ਸੋਭਾ, ਮਨ ਦੇ ਅੰਦਰ ਬੜੀ ਭੁੱਖ ਹੈ, ਸੰਸਾਰੀ ਵਡਿਆਈ, ਸੰਸਾਰੀ ਰੁਤਬੇ, ਉੱਚ ਉੱਚੀਆਂ ਪਦਵੀਆਂ, ਰਾਜ ਪਾਟ, ਉਹ 'ਚ ਆਪਣਾ ਇਹ ਜੀਵਨ ਖਰਾਬ ਕਰ ਲੈਂਦਾ ਹੈ। ਸਤਿਗੁਰ ਤਾਂ ਇਹ ਸਮਝਾਉਂਦੇ ਆ, ਜੇ ਕੋ ਆਪਣੀ ਸੋਭਾ ਲੋਰੇ, ਸਾਧ ਸੰਗੇ ਹਉਮੈ ਸੋਰੇ। ਸਾਧ ਸੰਗਤ ਤੋਂ ਭਾਵ ਗੁਰ ਸ਼ਬਦ ਦੀ ਸੰਗਤ ਕਰਨੀ ਹੈ। ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਈ। ਮਨ ਨੂੰ ਸਾਧਣਾ ਇਹ ਵਿਧੀ ਹੈ। ਮਨ ਵਸਾਵੇ ਨਾਨਕਾ, ਜੇ ਪੂਰਨ ਕਿਰਪਾ ਹੋਈ। ਗਿਆਨ ਕਾ ਬੱਧਾ ਮਨ ਰਹੇ। ਇਹ ਫਿਰ ਮਨ ਦੀ ਜਿਹੜੀ ਸੋਭਾ, ਸੰਸਾਰ ਦੀ ਸੋਭਾ, ਹਰ ਦੀ ਸੋਭਾ, ਫਿਰ ਸਾਨੂੰ ਸਮਝ ਆਉਂਦੀ ਹੈ। ਉਹ ਸੋਭਾ ਕੀ ਹੈ? ਜੇ ਸੋਭਾ ਕੋ ਕਰੇ ਭਲੀ ਕਰਨੀ, ਸਾ ਸੋਭਾ ਭਜ ਹਰ ਕੀ ਸਰਨੀ। ਹਰ ਦੀ ਸਰਨ ਚਲੇ ਜਾਣਾ। ਹਰ ਦੀ ਸਰਨ ਤਾਂ ਭਾਈ ਤਾਂ ਜਾਵਾਂਗੇ ਜੇ ਆਪਾਂ ਸੰਸਾਰੀ ਕੰਮਕਾਰ ਮਿਟਾਵਾਂਗੇ। ਆਪਾਂ ਹਾਲੇ ਤਾਂ ਸੰਸਾਰ 'ਚੋਂ ਹੀ, ਆਪਣਾ ਅੰਮ੍ਰਿਤ ਲੋਕ 'ਚੋਂ ਹੀ ਖੜਾ ਛੁੱਟਿਆ। ਪੂਰਨ ਆਪਦੇ ਆਪ ਨੂੰ ਮੰਨੀ ਬੈਠੇ ਆਪਾਂ ਸਰੀਰ ਕਰਕੇ। ਸਾਧ ਸੰਗੇ ਹਉਮੈ ਸੋਰੇ। ਜੇ ਕੋ ਜਨਮ ਮਰਨ ਤੇ ਡਰੇ, ਸਾਧ ਜਨਾ ਕੀ ਸਰਨੀ ਪਰੇ। ਅਸੀਂ ਜੰਮਣ ਮਰਨ ਨੂੰ ਭੁੱਲੇ ਬੈਠੇ ਹਾਂ। ਬੋਲ ਨਾ ਜਾਣੇ ਮਾਇਆ ਮਦ ਮਾਤਾ, ਮਰਨਾ ਚੀਜ਼ ਨਾ ਆਵੇ। ਮਾਇਆ ਦੇ ਗੀਤ ਗਾਉਣੇ, ਔਖੀ ਘੜੀ ਨਾ ਦੇਖਣ ਦੇ। ਨਹੀਂ ਭਾਈ, ਉਹੀ ਤਾਂ ਔਖੀ ਘੜੀ ਆਪਣੇ 'ਤੇ ਅੱਗੇ ਆ ਰਹੀ ਹੈ। ਉਹੀ ਤਾਂ ਸੰਕਟ ਹੈ। ਉਹੀ ਸਤਿਗੁਰ ਸਮਝਾਉਂਦੇ ਨੇ, ਜੇ ਕਿਸੇ ਨੂੰ ਭੈ ਅੰਦਰ ਹੈ, ਭਾਈ ਡਰ ਹੈ, ਤਾਂ ਸਾਧ ਜਨਾ ਕੀ ਸਰਨੀ ਪਰੇ। ਉਹ ਕਿਵੇਂ ਜਾਣਾ ਸਰਨ? ਆਪਾਂ ਬਾਣੀ ਆਪਾਂ ਨੂੰ ਅਨੇਕਾਂ ਉਪਦੇਸ਼ ਦੇ ਕੇ ਸਮਝਾਉਂਦੀ ਹੈ।
ਬਾਣੀ ਤੋਂ ਵੱਡਾ ਸੰਸਾਰ 'ਚ ਕੁਛ ਵੀ ਨਹੀਂ ਹੈਗਾ, ਪਰ ਅਸੀਂ ਆਪਦੇ ਆਪ ਨੂੰ ਵੱਡਾ ਮੰਨ ਬੈਠੇ ਹਾਂ। ਉਹੀ ਤਾਂ ਗਲਤੀ ਕਰ ਲੈਂਦੇ ਹਾਂ। ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੇਵ ਡਬਰ ਨਾ ਕੋਈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ। ਦੇਖ ਲਓ ਭਾਈ ਕਰਕੇ, ਮੰਨਣਾ ਪਊ ਭਾਈ ਹੁਕਮ। ਮਨ ਭਾਣੇ ਚਾਹੂ ਫੇਰ ਹੀ ਖੇਲ ਸਿਮਰਨੀ ਆਪਣੀ। ਆਪਣੇ ਪਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਏ। ਗੁਰ ਕੇ ਪਾਣੇ ਜੋ ਚੱਲੇ ਭਾਈ, ਬੋਹਿਤ ਬੈਠਾ ਆਏ। ਇਹ ਜਸ ਨਾਵ ਹੈ ਬਾਣੀ, ਇਹ 'ਚ ਆਤਮਾ ਨੇ ਬਹਿਣਾ ਵਾ। ਇਹ ਜਸ ਰਥ ਹੈ ਕਿਹਦਾ? ਹਰ ਦਾ। ਆਓ ਸਾਰੇ ਮਿਲ ਕੇ ਉਹਨੂੰ ਵਿਚਾਰਦੇ ਰਹੀਏ। ਸਾਡਾ ਜੰਮਣ ਮਰਨ ਤੋਂ ਕਿਵੇਂ ਛੁਟਕਾਰਾ ਹੋਵੇ। ਸਾਧ ਜਨਾ ਕੀ ਸਰਨੀ ਪਰੇ, ਜਿਸ ਜਨ ਕੋ ਪ੍ਰਭ ਦਰਸ ਪਿਆਸਾ। ਨਾਨਕ ਤਾਂ ਕੇ ਵਲ ਵਲ ਜਾਸਾ। ਸਤਿਗੁਰ ਸਮਝਾਉਂਦੇ ਆ, ਜੇ ਇਹਨੂੰ ਕਰਮ ਤੋਂ ਉੱਪਰ ਉੱਠ ਕੇ ਜੀਵ ਨੂੰ ਨਾਮ ਦਾ, ਹਰ ਦਾ ਗਿਆਨ ਹੋ ਜੇ, ਉਹਦੇ ਅੰਦਰ ਫਿਰ ਇਹ ਭੁੱਖ ਪੈਦਾ ਹੋ ਜੇ। ਸਤਿਗੁਰ ਸਮਝਾਉਂਦੇ ਆ, ਮੈਂ ਤੋਂ ਬਲਿਹਾਰੀ ਜਾਨਾ ਭਾਈ ਉਹ ਤੋਂ। ਰਹਿ ਰਸ ਵੀ ਆਪਾਂ ਰੋਜ਼ ਪੜ੍ਹਦੇ ਹਾਂ। ਸਾਚੇ ਨਾਮ ਕੀ ਲਾਗੇ ਭੂਖ ਭੁੱਖੇ, ਖਾਏ ਚਲੀਏ ਦੁੱਖ। ਉਹ ਸੱਚ ਦੀ ਭੁੱਖ ਦੇ ਵਿੱਚ, ਨਾਮ ਦੀ ਭੁੱਖ ਦੇ ਵਿੱਚ ਸੰਸਾਰੀ ਦੁੱਖਾਂ ਦਾ ਪਤਾ ਹੀ ਨਹੀਂ ਲੱਗਦਾ ਭਾਈ। ਅੱਗੇ ਸਤਿਗੁਰ ਕੀ ਸਮਝਾਉਂਦੇ ਆ, ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਜਾ ਕਾ ਮਿਟੇ ਅਮਾਨ। ਜਿਹਨੇ ਮਨ ਨੂੰ ਸਾਧ ਲਿਆ ਭਾਈ, ਉਹਦਾ ਹੰਕਾਰ ਖਤਮ ਹੋ ਜਾਂਦਾ ਹੈ। ਦਰਗਾਹ 'ਚ ਉਹੀ ਗੁਰਸਿੱਖ ਨੇ ਭਾਈ, ਉਹਨਾਂ ਦੀ ਜਿਹੜੀ ਹੈਗੀ ਆ ਸੰਸਾਰ ਦੇ ਵਿੱਚ ਵਡਿਆਈ ਹੁੰਦੀ ਹੈ। ਧੰਨ ਧੰਨ ਜਨ ਆਇਆ ਜਹ ਪ੍ਰਸਾਦ, ਸਭ ਜਗਤ ਤਰਾਇਆ। ਇਹ ਸਾਧ ਜਨਾਂ ਦੀ ਬਾਣੀ ਹੈ, ਭਗਤ ਜਨਾਂ ਦੀ ਬਾਣੀ ਹੈ। ਉਹਨਾਂ ਨੇ ਸੰਸਾਰ ਨੂੰ ਤਰਨ ਖਾਤਰ ਗਿਆਨ ਦਾ ਸਮੁੰਦਰ ਦਿੱਤਾ ਹੈ। ਆਪਾਂ ਵੀ ਇਹ ਪ੍ਰਾਪਤੀ ਕਰਨੀ ਹੈ। ਉਹੀ ਪੁਰਖ ਨੇ ਭਾਈ, ਜਿਨ੍ਹਾਂ ਦਾ ਹੰਕਾਰ ਮਿਟ ਜਾਂਦਾ ਹੈ, ਜਿਹਨੂੰ ਸ਼ਬਦ ਦੀ ਸੰਗਤ ਪ੍ਰਾਪਤ ਹੋ ਜਾਂਦੀ ਹੈ, ਜਿਨ੍ਹਾਂ ਦੀ ਮਨ ਚਿੱਤ ਬੁੱਧੀ ਭਾਵ ਮਨ ਬੁੱਧੀ ਹਰ ਦਾ ਦਰਸ਼ਨ ਕਰ ਲੈਂਦੇ ਨੇ, ਇੱਕ ਹੋ ਜਾਂਦੇ ਨੇ। ਆਪਸ ਕੋ ਜੋ ਜਾਣੇ ਨੀਚਾ, ਸੋ ਗਣੀਏ ਸਭ ਤੇ ਉੱਚਾ। ਉਹੀ ਆਪਦੇ ਆਪ ਨੂੰ ਨੀਚ ਸਮਝਦੇ ਨੇ, ਉਹ ਜਾਣ ਲੈਂਦੇ ਨੇ ਸਾਰਾ ਕੁਛ ਤਾਂ ਕੁਦਰਤ ਦਾ ਹੈ ਭਾਈ। ਸਾਰਾ ਕੁਛ ਉਹਨੇ ਬਣਾਇਆ ਵਾ, ਉਹੀ ਸਾਰਿਆਂ ਦੀ ਪ੍ਰਤਿਪਾਲ ਕਰ ਰਿਹਾ ਵਾ। ਨਾਨਕ ਜਨ ਤੋਂ ਪਾਏ ਕੇ ਸੰਭਾਲੇ ਸਭਨਾ, ਸਾਰਿਆਂ ਦੀ ਸੰਭਾਲ ਵੀ ਕਰ ਰਿਹਾ ਵਾ। ਉਹ ਆਪਦੇ ਆਪ ਨੂੰ ਨੀਚਾ ਸਮਝਦੇ ਨੇ, ਪਰ ਉਹ ਦਰਗਾਹ 'ਚ ਪਹੁੰਚ ਜਾਂਦੇ ਨੇ, ਆਪਦੇ ਘਰ ਪਹੁੰਚ ਜਾਂਦੇ ਨੇ। ਸੰਸਾਰ 'ਚੋਂ ਉਹਨਾਂ ਦਾ ਛੁਟਕਾਰਾ ਹੋ ਜਾਂਦਾ। ਜਾਕਾ ਮਨ ਹੋਏ ਸਗਲ ਕੀ ਰੀਨਾ, ਹਰ ਹਰ ਨਾਮ ਤਿਨ ਘਟ ਘਟ ਚੀਨਾ। ਉਹ ਜਾਣ ਲੈਂਦੇ ਨੇ, ਘਟ ਘਟ ਮੇ ਹਰ ਜੂ ਬਸੇ, ਸੰਤਨ ਕਹਿਓ ਪੁਕਾਰ। ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ। ਸਾਰੇ ਉਹ ਖੇਲ ਨੂੰ ਸਮਝ ਲੈਂਦੇ ਨੇ ਵੀ ਕੁਦਰਤ ਤੋਂ ਭਾਵ ਹੁਕਮ ਨਾਲੇ ਇਹ ਜੀਵ ਦਾ ਜਨਮ ਹੁੰਦਾ ਹੈ। ਜੰਮਣਾ ਮਰਨਾ ਹੁਕਮ ਹੈ। ਨੂਰ ਤੋਂ ਭਾਵ ਬੁੱਧੀ, ਉਹਦੀ ਕਿਰਪਾ ਨਾਲ ਤਾਂ ਇਹ ਸਾਨੂੰ ਮਨੁੱਖਾਂ ਦੇ ਹੀ ਮਿਲਦੀ ਹੈ। ਕੱਚੇ ਭਾਂਡੇ ਸਾਜ ਨਿਵਾਜੇ, ਅੰਤਰ ਜੋਤ ਸਮਾਈ। ਕੱਚਾ ਭਾਂਡਾ ਸਰੀਰ ਜੋਤ ਕਰਕੇ ਸਾਨੂੰ ਸੱਚ ਲੱਗਦਾ ਹੈ। ਇਹ ਸਾਰੀ ਉਹਦੀ ਤਾਂ ਖੇਲ ਹੈ ਭਾਈ। ਉਹਨੂੰ ਸਮਝ ਲੈਂਦੇ ਨੇ। ਉਹ ਸਾਰਿਆਂ ਨੂੰ ਸਮਦ੍ਰਿਸ਼ਟੀ ਜਿਹੜਾ ਹੈਗਾ ਵਾ ਉਪਦੇਸ਼ ਦਿੰਦੇ ਨੇ। ਬਾਣੀ ਸਮਦ੍ਰਿਸ਼ਟੀ ਉਪਦੇਸ਼ ਹੈ। ਚੌਂ ਵਰਨਾ ਕੋ ਉਪਦੇਸ਼ ਸਾਂਝਾ, ਆਤਮ ਉਪਦੇਸ਼ ਹੈ। ਸਰੀਰ ਕਰਕੇ ਵੱਖ ਵੱਖ ਸਾਡੇ ਅੰਦਰ ਜਿਹੜਾ ਹੈਗਾ ਵਾ ਵਿਰੋਧ ਰਹਿੰਦਾ ਵਾ। ਸਰੀਰ ਤੋਂ ਉੱਪਰ ਉੱਠ ਕੇ ਸਾਨੂੰ ਇਹਦੀ ਸਮਝ ਆਉਂਦੀ ਹੈ। ਜਦੋਂ ਅਸੀਂ ਸਰੀਰ ਦਾ ਮੋਹ ਤਿਆਗ ਕਰਦੇ ਹਾਂ, ਉਹ ਕਿਵੇਂ ਕਰਾਂਗੇ? ਸਾਨੂੰ ਗਿਆਨ ਹੀ ਨਹੀਂ ਹੈਗਾ। ਕਰਮ ਸਾਡਾ ਤਾਂਹੀਓ ਛੁੱਟੂਗਾ ਗੁਰ ਪ੍ਰਸਾਦ ਭਰਮ ਕਾ ਨਾਸ, ਗੁਰ ਸ਼ਬਦ ਦੇ ਗਿਆਨ ਨਾਲ। ਉਹ ਜਾਣ ਲੈਂਦੇ ਨੇ, ਹਰ ਹਰ ਨਾਮ ਤਿਨ ਘਟ ਘਟ ਚੀਨਾ। ਮਨ ਆਪਣੇ ਤੇ ਬੁਰਾ ਮਿਟਾਨਾ, ਪਿੱਖੇ ਸਗਲ ਸ੍ਰਿਸ਼ਟ ਆਜਣਾ। ਸਤਿਗੁਰ ਸਮਝਾਉਂਦੇ ਨੇ, ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ ਭਾਈ। ਗੁਰ ਸ਼ਬਦ ਦਾ ਗਿਆਨ ਐਸਾ ਹੈ। ਆਸਾ ਦੀ ਵਾਰ ਸਤਿਗੁਰਾਂ ਨੇ ਸਮਝਾਇਆ ਆਪਾਂ ਨੂੰ ਪਹਿਲੀ ਪੌੜੀ 'ਚ। ਗੁਰ ਸ਼ਬਦ ਦੇ ਗਿਆਨ ਨਾਲ ਮਨੁੱਖ ਕਿੰਨਾ ਵੀ ਬੁਰਾ ਹੋਵੇ, ਉਹ ਦੇਵਤਾ ਬਣ ਜਾਂਦਾ ਹੈ। ਉਹਦਾ ਸੁਭਾਅ ਦੇਵਤਾ ਹੋ ਜਾਂਦਾ, ਦੇਵ ਲੋਕ ਪਹੁੰਚ ਜਾਂਦਾ। ਫਿਰ ਉਹਦੀ ਨਾਮ ਦੀ ਭਗਤੀ ਸ਼ੁਰੂ ਹੁੰਦੀ ਹੈ। ਮਨ ਆਪਣੇ ਤੇ ਬੁਰਾ ਮਿਟਾਨਾ, ਉਸ ਅਵਸਥਾ 'ਚ ਜਾ ਕੇ ਪੇਖੇ ਸਗਲ ਸ੍ਰਿਸ਼ਟ ਸਾਜਨਾ। ਸਾਰਿਆਂ ਨੂੰ ਕੁਦਰਤ ਕੇ ਬੰਦੇ, ਕੁਦਰਤ ਦੀ ਦਾਤ, ਕੁਦਰਤ ਦੀ ਖੇਲ ਰੂਪ ਵਿੱਚ ਦੇਖਦਾ ਵਾ। ਸੁਖ ਦੁੱਖ ਜਨ ਸਮਦ੍ਰਿਸ਼ਟੇਤਾ, ਨਾਨਕ ਪਾਪ ਪੁੰਨ ਨਹੀਂ ਲੇਪਾ। ਉਸ ਅਵਸਥਾ ਜਾ ਕੇ ਸਾਡਾ ਪਾਪ ਪੁੰਨ ਜਿਹੜਾ ਹੈਗਾ ਵਾ, ਦੁੱਖ ਸੁੱਖ ਖਤਮ ਹੋ ਜਾਂਦੇ ਨੇ। ਸਾਨੂੰ ਖੇਲ ਦੀ ਸਮਝ ਆ ਜਾਂਦੀ ਹੈ। ਸਾਡਾ ਕਰਮ ਛੁੱਟ ਜਾਂਦਾ ਹੈ। ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ। ਇਹ ਤਾਂ ਕਿਰਪਾ ਲੈਣੀ ਆ ਭਾਈ, ਜੇ ਅਸੀਂ ਕਿਰਤ ਕਰਮ ਨਾਲ ਜੁੜੇ ਰਹੇ। ਸੰਸਾਰੀ ਸਰੀਰ ਕਰਕੇ ਜਿੰਨੇ ਹੱਡ ਜੋ ਤਪ ਜੋ ਅਸੀਂ ਕਰਕੇ ਆਏ ਹਾਂ, ਉਹ ਸਾਰੇ ਕਰਮ ਨੇ ਸਰੀਰ ਕਰਕੇ ਜੁੜੇ ਰਹੇ। ਫਿਰ ਸਾਨੂੰ ਜੰਮਣ ਮਰਨ ਨੂੰ ਜਾਣਾ ਪਊਗਾ। ਉਸ ਅਵਸਥਾ ਜਾ ਕੇ ਫਿਰ ਪਾਪ ਪੁੰਨ ਤੋਂ ਉੱਪਰ ਫੜਦਾ ਇਹ। ਫਿਰ ਪਾਪ ਪੁੰਨ ਤੋਂ ਕੱਟਿਆ ਜਾਂਦਾ ਵਾ। ਸਮਝ ਆ ਜਾਂਦੀ ਹੈ ਸਾਰੀ ਖੇਲ ਵੀ ਸਾਰਾ ਕੁਛ ਤਾਂ ਉਹਦੇ
ਵਸ 'ਚ ਹੈ ਪਾਪ ਪੁੰਨ ਹਮਰੇ ਵਸ ਨਹੀਂ। ਸਾਰਾ ਕੁਛ ਤਾਂ ਹੁਕਮ 'ਚ ਹੋ ਰਿਹਾ, ਫਿਰ ਪਾਪ ਪੁੰਨ ਕਿਵੇਂ ਹੋ ਰਿਹਾ? ਪਰ ਪਹਿਲਾਂ ਮਨ ਮੰਨਦਾ ਨਹੀਂ, ਮਨ ਨੂੰ ਮਨਾਉਣਾ ਹੈ, ਮਨ ਨੂੰ ਬਸ ਕਰਨ ਦੀ ਵਿਧੀ ਹੈ। ਮਨ ਵਸ ਨਾ ਆਵੇ ਨਾਨਕਾ, ਇਹ ਪੂਰਨ ਕਿਰਪਾ ਹੈ। ਪੂਰਨ ਕਿਰਪਾ ਲੈਣੀ ਹੈ ਆਪਾਂ, ਪੂਰਨ ਗਿਆਨ ਲੈਣਾ, ਉਹਦੀ ਰਹਿਮਤ ਲੈਣੀ ਹੈ, ਫਿਰ ਮਨ ਨੇ ਮੰਨਣਾ ਵਾ। ਕਿ ਸਤਿਗੁਰ ਕੀ ਸਮਝਾਉਂਦੇ ਆ? ਨਿਰਧਨ ਕੋ ਧਨ ਤੇਰੋ ਨਾਉ, ਨਿਥਾਵੇ ਕੋ ਨਾਉ ਤੇਰਾ ਥਾਉ। ਅਸੀਂ ਸਾਰੇ ਨਿਰਧਨ ਹੈ, ਜੋ ਸੰਪਤ ਆਪਣੀ ਕਰਮਾਨੀ ਛਿਨਵੇਂ ਪਈ ਪਰਾਈ, ਉਹ ਸਾਰੀ ਪਰਾਈ ਹੋ ਜਾਂਦੀ ਹੈ ਭਾਈ। ਸਾਡੇ ਕੋਲ ਜਾਣ ਨੂੰ ਕੁਛ ਨਹੀਂ ਹੁੰਦਾ। ਜੇ ਸਾਡੇ ਕੋਲ ਹਰਨਾਮ ਹੈਗਾ, ਉਹੀ ਸਾਡਾ ਜਿਹੜਾ ਧਨਮ ਹੈ ਸਾਡੇ ਕੋਲ, ਉਹੀ ਸਾਨੂੰ ਅੱਗੇ ਪ੍ਰਾਪਤੀ ਹੋਣੀ ਹੈ। ਨਿਰਧਨ ਕੋ ਧਨ ਤੇਰੋ ਨਾਉ, ਨਿਥਾਵੇ ਕੋ ਨਾਉ ਤੇਰਾ ਥਾਉ। ਨਿਥਾਵੇ ਨੂੰ ਭਾਵ ਇਸ ਨੂੰ ਹੋਰ ਥਾਉ ਨਹੀਂ, ਸ਼ਬਦ ਲਾਗ ਸਵਾਰੀਆਂ। ਆਨੰਦ ਸਾਹਿਬ ਸਤਿਗੁਰਾਂ ਨੇ ਸਮਝਾਇਆ, ਆਤਮਾ ਨੂੰ ਸੰਵਾਰਨਾ ਹੈ, ਸੰਵਰਨਾ ਹੈ ਤਾਂ ਗੁਰ ਸ਼ਬਦ ਦੇ ਗਿਆਨ ਨਾਲ। ਇਹਨੂੰ ਹੋਰ ਕੋਈ ਜਗ੍ਹਾ ਨਹੀਂ। ਅਸੀਂ ਆਪਦੇ ਘਰ ਪਹੁੰਚਣਾ, ਸਾਨੂੰ ਜਗ੍ਹਾ ਮਿਲ ਜਾਂਦੀ ਹੈ ਉੱਥੇ ਨਾਮ ਨਾਲ। ਨਿਥਾਵੇ ਕੋ ਨਾਉ ਤੇਰਾ ਥਾਉ, ਨਮਾਨੇ ਕੋ ਪ੍ਰਭ ਤੇਰੋ ਮਾਨ, ਸਗਲ ਘਟਾ ਕੋ ਦੇਵੋ ਦਾਨ। ਸਤਿਗੁਰ ਸਮਝਾਉਂਦੇ ਆ, ਤੂੰ ਸ੍ਰਿਸ਼ਟੀ ਦਾ ਮਾਲਕ ਹੈ, ਜੋ ਤਹੀਂ ਕਿਰਪਾ ਕਰਤੀ। ਸੰਸਾਰ ਦੀ ਬੜੀਆਂ ਤੋਂ ਅਸੀਂ ਕੀ ਲੈਣਾ? ਸੰਸਾਰ ਦੇ ਮਾਣ ਤੋਂ ਕੀ ਲੈਣਾ? ਉਸ ਅਵਸਥਾ ਜਾ ਕੇ ਸਾਡੀ ਜਿਹੜੀ ਹੈਗੀ ਹੈ ਉਹ ਇੱਛਾ ਖਤਮ ਹੋ ਜਾਂਦੀਆਂ, ਸੰਸਾਰ ਦੀ ਸੋਭਾ ਵਡਿਆਈ ਸਭ ਖਤਮ ਹੋ ਜਾਂਦੀ ਹੈ। ਨਮਾਨੇ ਕੋ ਪ੍ਰਭ ਤੇਰੋ ਮਾਨ, ਸਗਲ ਘਟਾ ਕੋ ਦੇਵ। ਦਾਤਾ ਤੂੰ ਤਾਂ ਸਾਰਿਆਂ ਨੂੰ ਦੇਣ ਵਾਲਾ ਮਾਂ, ਜੇ ਤੂੰ ਹੀ ਮੇਰੇ 'ਤੇ ਕਿਰਪਾ ਕਰਤੀ, ਮੈਨੂੰ ਸੰਸਾਰ ਦੀ ਵਡਿਆਈ ਦੀ ਕੀ ਲੋੜ ਹੈ? ਕਰਨ ਕਰਾਵਨ ਹਾਰ ਸੁਆਮੀ, ਸਗਲ ਘਟਾ ਕੇ ਅੰਤਰਜਾਮੀ। ਜੋ ਅਸੀਂ ਕਰਦੇ ਹਾਂ, ਕਰਾਵਨ ਹਾਰ ਹੈ, ਉਹ ਸੁਆਮੀ ਹੈ। ਸਾਰਾ ਖੇਲ ਤਾਂ ਉਹਦੇ ਹੁਕਮ ਚੱਲ ਰਿਹਾ ਵਾ। ਉਹ ਸਾਰਿਆਂ ਦੇ ਅੰਦਰ ਦੀ ਵੀ ਜਾਣਦਾ ਵਾ। ਉਹ ਸਾਨੂੰ ਕਿਵੇਂ ਪਤਾ ਲੱਗਦਾ ਹੈ? ਸੱਚ ਦੇ ਗਿਆਨ ਨਾਲ। ਆਪਣੀ ਗਤ ਮਿਤ ਜਾਨੋ ਆਪੇ, ਆਪਨ ਸੰਗ ਆਪ ਪ੍ਰਭ ਰਾਤੇ। ਆਪਣੀ ਗਤ ਮਿਤ ਜਾਨੋ ਆਪੇ, ਉਹ ਆਪਦੇ ਆਪ ਨੂੰ ਆਪ ਹੀ ਜਾਣਦਾ ਹੈ। ਆਪਾਂ ਜਿਹੜਾ ਹੈਗਾ ਸੰਸਾਰ 'ਤੇ ਕੀ ਖੱਟਣਾ ਵਾ, ਇਹ ਆਪਾਂ ਨੂੰ ਵਿਚਾਰਨਾ ਪਊਗਾ। ਸੰਸਾਰ 'ਤੇ ਆਉਣ ਦਾ ਸਾਡਾ ਕੀ ਕਾਰਨ ਹੈ, ਕਿਸ ਕਾਰਨ ਤੁਮ ਜਗ ਆਏ, ਫਿਰ ਸਾਨੂੰ ਸਮਝ ਆਉਣੀ ਹੈ। ਜੋ ਅਸੀਂ ਕਰਮ ਕਰਦੇ ਸਰੀਰ ਕਰਕੇ, ਸਰੀਰ ਦੀ ਗਤੀ ਕਰਦੇ ਸੀ, ਗਤੀ ਆਤਮਾ ਦੀ ਹੋਣੀ ਹੈ। ਸਰੀਰ ਨੂੰ ਸੋਧਣਾ ਹੁੰਦਾ ਹੈ, ਗਤੀ ਆਤਮਾ ਦੀ, ਉਹ ਗਿਆਨ ਨਾਲ ਹੁੰਦੀ ਹੈ। ਸਤਿਗੁਰ ਸਮਝਾਉਂਦੇ ਨੇ, ਆਪਣੀ ਗਤ ਮਿਤ ਜਾਨੋ ਆਪੇ, ਆਪਨ ਸੰਗ ਆਪ ਪ੍ਰਭ ਰਾਤੇ। ਸਾਡੇ ਨਾਲ ਹੀ ਹੈ, ਮਨ ਮੇ ਆਪ। ਅਸੀਂ ਬਾਹਰ ਜਿਹੜਾ ਭਟਕਦੇ ਹਾਂ, ਸੱਚ ਦੇ ਗਿਆਨ ਤੋਂ ਬਿਨਾਂ, ਉਹੀ ਸਾਡਾ ਜੰਮਣ ਮਰਨ ਹੈ। ਪਹਿਲੀ ਕੁਜਾਤ ਕਰੂਪ ਕੁਲੱਖਣੀ, ਜਿਹੜੀ ਸਾਡੀ ਪਹਿਲੀ ਮੱਤ ਹੈ ਸੰਸਾਰੀ ਮਾਇਆ ਦੀ, ਇਹ ਕੁਲਖਣੀ ਹੈ, ਕੁੱਲਾਂ ਨੂੰ ਖਾਣ ਵਾਲੀ ਹੈ। ਕਰੂਪ ਹੈ ਜਿਹੜੀ ਆਤਮਾ ਵਾ, ਇਹਦਾ ਰੂਪ ਵਿਗੜ ਗਿਆ ਮਾਇਆ ਨਾਲ ਮਿਲ ਕੇ, ਉਹੀ ਤਾਂ ਸੰਵਾਰਨਾ ਸੀ ਆਪਾਂ। ਮਨ ਧੋਵੋ ਗੁਰ ਸ਼ਬਦ ਲਾਗੋ, ਹਰਿ ਸਿਉ ਰਹੋ ਚਿੱਤ ਲਾਏ। ਪਾਣੀ ਹਰ ਕਥਾ ਹੈ ਭਾਈ, ਇਹਦੇ ਨਾਲ ਜੁੜ ਕੇ ਰਹਿਣਾ, ਫਿਰ ਜਿਹੜੀ ਸਾਡੀ ਆਤਮਾ ਸ਼ੁੱਧ ਹੋਣੀ ਹੈ। ਸ਼ੁੱਧ ਆਤਮਾ ਹੀ ਸ਼ੁੱਧ ਆਤਮਾ ਹੀ ਉਹ 'ਚ ਲੀਨ ਹੋ ਸਕਦੀ ਹੈ, ਮਲੀਨ ਆਤਮਾ ਨਹੀਂ ਉਹ 'ਚ ਲੀਨ ਹੋ ਸਕਦੀ। ਅਸੀਂ ਸਰੀਰ ਕਰਕੇ ਪੂਰਨ ਹੋ ਜਾਂਦੇ ਹਾਂ, ਦੇਹੀ ਨੂੰ ਬਹੁਤ ਧੋਨੇ ਆ, ਮਹਿੰਗੇ ਵਸਤਰ ਪਾ ਲੈਂਦੇ ਹਾਂ, ਸੰਸਾਰ ਦੇ ਵੀ ਸਾਡਾ ਪ੍ਰਭਾਵ ਪੈਦਾ ਹੋ ਜਾਂਦਾ ਵਾ। ਪਰ ਬਾਣੀ ਨਹੀਂ ਮੰਨਦੀ ਭਾਈ। ਸੁੱਚੇ ਨਾ ਆਖੀਏ ਜੋ ਬਹਿਨ ਪਿੰਡਾ ਧੋਏ, ਸੁੱਚੇ ਸਹੀ ਨਾਨਕਾ ਜਿਸ ਮਨ ਵਸਿਆ ਸੋਏ। ਜਦੋਂ ਮਨ 'ਚ ਵਸਦਾ ਕਰਤਾ, ਫਿਰ ਮਨ ਸੁੱਚਾ ਹੁੰਦਾ ਹੈ, ਫਿਰ ਸਾਰੀ ਖੇਲ ਸਮਝ ਆਉਂਦੀ ਹੈ। ਤੁਮਰੀ ਉਸਤ ਤੁਮ ਤੇ ਹੋਏ, ਨਾਨਕ ਅਵਰ ਨਾ ਜਾਣਸ ਕੋਈ। ਸਤਿਗੁਰ ਸਮਝਾਉਂਦੇ ਨੇ, ਜੇ ਕਿਸੇ ਗੁਰਸਿੱਖ ਨੇ, ਜਗਿਆਸੂ ਨੇ, ਉਪਾਸਕ ਨੇ ਤੇਰੀ ਉਸਤਤ ਕੀਤੀ ਹੈ, ਗੁਰੂ ਭਗਤ ਸਾਹਿਬਾਨਾਂ ਨੇ, ਉਹ ਤੇਰੀ ਤਾਂ ਕਿਰਪਾ ਹੈ। ਉਹ ਨਿਰਾਕਾਰ ਦੁਨੀਆ ਆਕਾਰ ਤੋਂ ਰਹਿਤ, ਉਹ ਧਿਆਨ ਦਾ ਵਿਸ਼ਾ ਹੈ। ਆਪਾਂ ਨੂੰ ਦਿੰਦਾ ਨਹੀਂ, ਅੱਖਾਂ ਕੰਨਾਂ ਦਾ ਵਿਸ਼ਾ ਹੀ ਨਹੀਂ ਆਪਣਾ, ਫਿਰ ਵੀ ਆਪਾਂ ਆਪਣੀ ਮੱਤ ਨਾਲ ਅਰਥਾ ਰਹੇ ਹਾਂ। ਉਹ ਸਾਡੀ ਅਗਿਆਨਤਾ ਹੀ ਹੈ। ਸਤਿਗੁਰ ਸਮਝਾਉਂਦੇ ਆ ਵੀ ਤੇਰੀ ਉਸਤਤ, ਤੇਰੀ ਕਿਰਪਾ ਤੋਂ ਬਿਨਾਂ ਕੋਈ ਨਹੀਂ ਕਰ ਸਕਦਾ। ਅੱਗੇ ਸਤਿਗੁਰ ਸਮਝਾਉਂਦੇ ਨੇ, ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰਿ ਕੋ ਨਾਮ ਜਪ ਨਿਰਮਲ ਕਰਮ। ਸਭ ਤੋਂ ਨਿਰਮਲ ਕਰਮ ਕੀ ਹੈ? ਹਰੀ ਨੂੰ ਸਮਝਣਾ। ਹਰ ਕਥਾ ਹੈ ਬਾਣੀ ਭਾਈ, ਇਹ ਨਿਰਮਲ ਕਰਮ ਹੈ। ਸਰਬ ਧਰਮ ਹੈ ਸ੍ਰੇਸ਼ਟ ਧਰਮ, ਸਾਰਿਆਂ 'ਚੋਂ ਸ੍ਰੇਸ਼ਟ ਹੈ ਇਹ ਧਰਮ। ਗਿਆਨ ਲੈਣਾ, ਗੁਰ ਸ਼ਬਦ ਨੂੰ ਵਿਚਾਰਨਾ, ਇਹ 'ਚੋਂ ਗਿਆਨ ਪੈਦਾ ਹੁੰਦਾ ਹੈ। ਇਹ ਸੰਸਾਰੀ ਧਰਮ ਨਹੀਂ ਹੈਗਾ, ਇਹ ਆਤਮਾ ਦੀ ਰਹਿਤ ਹੈ। ਇਹ ਤੁਰਕੀ ਬਾਣੀ ਆਈ ਜਿਨ ਸਗਲੀ ਚਿੰਤ ਮਿਟਾਈ। ਇੱਥੋਂ ਸਾਡੀ ਚਿੰਤਾ ਖਤਮ ਹੋਣੀ ਹੈ ਜਦੋਂ ਅਸੀਂ ਇਹ ਧਰਮ ਨੂੰ ਵਿਚਾਰਨਾ ਵਾ। ਇਹ ਸਾਰਿਆਂ ਤੋਂ ਸ੍ਰੇਸ਼ਟ ਹੈ। ਹਰ ਕੋ ਨਾਮ ਜਪ ਨਿਰਮਲ ਕਰਮ, ਫਿਰ ਹਰ ਦੇ ਨਾਮ ਨਾਲ ਸਾਨੂੰ ਜਿਹੜਾ ਹੈਗਾ ਵਾ ਸਮਝ ਆਉਂਦੀ ਹੈ। ਜਪ ਤੋਂ ਭਾਵ ਸਮਝਣ ਨਾਲ ਨਿਰਮਲ ਕਰਮ ਕੀ ਹੈ। ਜਿਹੜੇ ਪਹਿਲੇ ਅਸੀਂ ਕਰਮ ਕੀਤੇ ਨੇ ਉਹ ਸਰੀਰ ਕਰਕੇ ਕੀਤੇ, ਉਹ 'ਚੋਂ ਹੰਕਾਰ ਪੈਦਾ, ਉਹ ਪਿੱਛੇ ਆਪਾਂ ਵਿਚਾਰੇ ਦੋ ਹੀ ਪੱਖ ਆਪਾਂ ਨੂੰ ਸਤਿਗੁਰ ਸਮਝਾ ਰਹੇ ਨੇ। ਕਰਮ ਕਰੇ ਤੇ ਹੰਕਾਰ ਹੁੰਦਾ ਹੈ, ਹੰਕਾਰ ਕਿਵੇਂ ਜਾਊ? ਨਾਮ ਨਾਲ, ਉਹ ਵੀ ਨਾਲ ਸਮਝਾ ਰਹੇ ਨੇ। ਸਗਲ ਕਿਰਿਆ ਮੈਂ ਉੱਤਮ ਕਿਰਿਆ, ਸਾਧ ਸੰਗ ਦੁਰਮਤ ਮਲ ਹਿਰਿਆ। ਇਹ ਸਭ ਤੋਂ ਉੱਤਮ ਕਿਰਿਆ ਭਾਈ, ਇਹ ਕਰਨੀ ਆ ਆਪਾਂ। ਕਿਹੜੀ ਕਿਰਿਆ ਵਾ? ਮਨ ਦੀ ਮਲੀਨਤਾ ਦੂਰ ਕਰਨੀ। ਉਹ ਕਿਵੇਂ ਜਾਊ? ਹਰ ਨਾਮ ਨਾਲ। ਪਿੱਛੇ ਵਿਚਾਰਿਆ ਆਪਾਂ।
ਸਗਲ ਉਦਮ ਮੈਂ ਉਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ। ਸਦਾ ਹੀ ਜਪਦੇ ਰਹਿਣਾ, ਸਮਝਦੇ ਰਹਿਣਾ, ਸਾਥ ਸਾਥ ਸਿਮਰੋ ਗੋਬਿੰਦ ਵਾਲੀ ਅਵਸਥਾ ਪ੍ਰਾਪਤ ਕਰ ਲੈਣੀ। ਇਹ ਸਾਰਿਆਂ ਤੋਂ ਉਦਮ ਭਲਾ। ਦੂਏ ਉਦਮ ਬਥੇਰੇ ਕਰਦੇ ਹਾਂ ਅਸੀਂ, ਮਾਇਆ ਦੇ ਸਰੀਰ ਕਰਕੇ ਬੜੇ ਕਰਦੇ ਹਾਂ। ਕੋਈ ਪਿੰਡ ਦੇ ਵਿੱਚ ਆ ਜਾਵੇ, ਕੋਈ ਹੋਰ ਆਸੇ ਪਾਸੇ ਕੋਈ ਐਸਾ ਸੰਸਾਰੀ ਖੇਲ ਹੋਵੇ, ਬੜੇ ਅਸੀਂ ਦੂਰ ਦੂਰ ਜਾ ਕੇ ਦੱਸਦੇ ਹਾਂ। ਪਰ ਕੋਈ ਗੁਰਸਿੱਖ ਜਾ ਕੇ ਦੱਸਦਾ, ਜਦੋਂ ਗੁਰੂ ਘਰ ਜਾਂਦਾ, ਭਾਈ ਗੁਰੂ ਸਾਹਿਬ ਤਾਂ ਐਂ ਸਮਝਾਉਂਦੇ ਆ, ਉਹ ਅਸੀਂ ਦੱਸਦੇ ਨਹੀਂ ਹੈਗੇ, ਕਿਉਂਕਿ ਅਸੀਂ ਸੁਣੀਏ ਹੀ ਨਹੀਂ ਗੁਰੂ ਘਰ ਜਾ ਕੇ ਗੱਲ, ਤਾਂਹੀਓ ਦੱਸਾਂ ਕਿਸੇ ਨੂੰ। ਉਹ ਉਦਮ ਕਰਨਾ ਹੈ ਭਾਈ, ਉਹਦੇ ਨਾਲ ਹਰ ਨਾਮ ਨਾਲ ਜੁੜਿਆ ਜਾ ਸਕਦਾ ਹੈ। ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰ ਕੋ ਜਸ ਸੁਨ ਰਸਨ ਬਖਾਨੀ। ਇਹ ਅੰਮ੍ਰਿਤ ਬਾਣੀ ਹੈ, ਕਿਵੇਂ ਪ੍ਰਾਪਤ ਹੁੰਦੀ ਹੈ? ਇਹ ਮਾਇਆ ਤੋਂ ਪਰੇ ਹੈ। ਗੁਰ ਕਿਰਪਾ ਤੇ ਸੇ ਜਨ ਜਾਗੇ, ਬੋਲੇ ਅੰਮ੍ਰਿਤ ਬਾਣੀ। ਗੁਰ ਕਿਰਪਾ ਤੋਂ ਭਾਵ ਸ਼ਬਦ ਦੇ ਗਿਆਨ ਹੈ। ਜਦੋਂ ਆਤਮਾ ਸਾਡੀ ਜਾਗ ਜਾਂਦੀ ਹੈ, ਹੁਣੇ ਸੁੱਤੇ ਪਏ ਹਾਂ, ਫਿਰ ਉਹ ਅਵਸਥਾ ਜਾ ਕੇ ਅੰਮ੍ਰਿਤ ਬਾਣੀ ਬੋਲੀ ਜਾਂਦੀ ਹੈ। ਉਹੀ ਤਾਂ ਮੁਕਤੀ ਹੈ ਭਾਈ। ਅੱਗੇ ਸਤਿਗੁਰ ਸਮਝਾਉਂਦੇ ਨੇ, ਸਗਲ ਥਾਨ ਤੇ ਉਹ ਉੱਤਮ ਥਾਨ, ਨਾਨਕ ਜੈ ਘਟ ਬਸੇ ਹਰ ਨਾਮ। ਉਹ ਹਿਰਦਾ ਉੱਤਮ ਹੋ ਜਾਂਦਾ ਹੈ ਭਾਈ, ਜਿਹਦੇ ਵਿੱਚ ਇਹ ਨਾਮ ਪ੍ਰਗਟ ਹੋ ਜਾਂਦਾ ਹੈ। ਆਓ ਸਾਰੇ ਮਿਲ ਕੇ ਇਹਨੂੰ ਵਿਚਾਰਦੇ ਰਹੀਏ, ਆਪਾਂ ਇਹਦੀ ਪ੍ਰਾਪਤੀ ਕਰਨੀ ਹੈ। ਆਪਣਾ ਜਿਹੜਾ ਭਰਮ ਹੈ ਕਿਵੇਂ ਜਾਣਾ, ਉਹ ਨਾਮ ਨਾਲ ਸਤਿਗੁਰਾਂ ਨੇ ਸਮਝਾਇਆ। ਜਿਹੜੇ ਅਸੀਂ ਕਰਮ ਕਰਦੇ ਉਹ ਸਾਰਾ ਭਰਮ ਹੈ। ਧਰਮ ਕਰਮ ਪਖੰਡ ਜੋ ਦਿਸੇ, ਜਮ ਜਗਾਤੀ ਲੂਟੇ। ਸਾਰਾ ਕੁਛ ਇੱਥੇ ਆਪਣਾ ਰਖਾ ਲੈਂਦਾ ਹੈ, ਸਾਡਾ ਸੰਸਾਰ 'ਤੇ ਆਉਣਾ ਨਿਸਫਲ ਹੋ ਜਾਂਦਾ ਹੈ। ਆਪਾਂ ਇੱਕ ਮੁੱਖ ਵਾਕ ਵਿਚਾਰ ਲਈਏ ਸਤਿਗੁਰਾਂ ਦੇ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਲਾਏ ਧਿਆਨਾ। ਧਿਆਨ ਕੀਰਤਨ ਹੈ ਭਾਈ, ਜਿਹਨੂੰ ਅਸੀਂ ਕੀਰਤਨ ਮੰਨੀ ਬੈਠੇ ਆ, ਉਹ ਰਾਗ ਹੈ। ਕੋਈ ਗਾਵੇ ਰਾਗੀ ਨਾਦੀ ਬੇਦੀ, ਵੋ ਭਾਤ ਕਰਨਾ ਭੀਜੇ ਰਾਮ ਰਾਜੇ। ਉਹ ਵੀ ਭਰਮ ਹੀ ਹੈ, ਉਹ ਵੀ ਸਰੀਰ ਕਰਕੇ ਅਸੀਂ ਕਰਮ ਕਰਦੇ ਹਾਂ। ਸਾਰਾ ਕੁਛ ਤਾਂ ਦੇ ਹੀ ਰਿਹਾ ਹੈ। ਉਹ ਕੌਣ ਨੇ? ਧਿਆਨ ਵਾਲੇ ਗੁਰਸਿੱਖ। ਆਪ ਤਰੇ ਸਗਲੇ ਕੁਲ ਤਾਰੇ, ਹਰ ਦਰਗੇ ਪਤ ਸਿਉ ਜਾਣਦਾ। ਉਹ ਘਰ ਪਹੁੰਚ ਜਾਂਦੇ ਆ, ਦਰਗਾਹ 'ਚ ਪਹੁੰਚ ਜਾਂਦੇ ਆ, ਉਹਨਾਂ ਨੂੰ ਜਗ੍ਹਾ ਮਿਲ ਜਾਂਦੀ ਹੈ ਭਾਈ, ਜਿਹਦੇ ਨਾਲ ਚਲੇ ਜਾਂਦੇ ਨੇ। ਇਹਨੂੰ ਆਪਾਂ ਵਿਚਾਰਨਾ ਵਾ, ਸਮਝਣਾ ਵਾ। ਜਿਹੜੇ ਅਸੀਂ ਕਰਮ ਸਰੀਰ ਕਰਕੇ ਕਰਦੇ ਆਏ ਹਾਂ ਹੁਣ ਤੱਕ, ਇਹਦੀ ਸਾਨੂੰ ਤਾਂ ਸਮਝ ਆਊਗੀ ਜੇ ਹਰਨਾਮ ਨੂੰ ਸਮਝਾਂਗੇ। ਬਾਣੀ ਹਰ ਕਥਾ ਹੈ। ਆਓ ਸਾਰੇ ਮਿਲ ਕੇ ਇਹਨੂੰ ਵਿਚਾਰੀਏ, ਸਾਡਾ ਭਰਮ ਚੱਲਿਆ ਜਾਵੇ, ਸਾਰਾ ਸੰਸਾਰ 'ਤੇ ਆਉਣਾ ਸਫਲ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।